ਪੰਛਤ ਜਿਤਕ ਤਾਹੇ ਤੇ ਦੂਣੀ, ਕਿਸੂ ਵਸਤ ਤੇ ਹੋਏ ਨਾ ਊਣੀ। ਸਰਫੇ ਸਾਥ ਕਹੋ ਕਿਛ ਨਾਹੀ, ਕੋਸ਼ ਅਟੁੱਟ ਦੀਨਸ ਗੁਰ ਪਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੀਵਨ ਇਤਿਹਾਸ ਸਰਵਣ ਕਰਨ ਵਾਸਤੇ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹਾਂ। ਕਾਸ਼ੀ ਤੋਂ ਇੱਕ ਪੰਡਤ ਚੱਲ ਕੇ ਆਇਆ, ਨਾਮ ਕੇਸੋ ਦਾਸ ਹੈ। ਮਹਾਰਾਜ ਮੈਂ ਜਗ ਹਮਨ ਕਰਾਂਗਾ, ਸ਼ਕਤੀ ਪ੍ਰਗਟ ਕਰਾਂਗਾ। ਤੇ ਸਤਿਗੁਰੂ ਪਾਤਸ਼ਾਹ ਜੀ ਇਹਦਾ ਸਾਰਾ ਕੌਤਕ ਵਿਖਾਉਣ ਵਾਸਤੇ ਹਾਮੀ ਭਰੀ ਕਹਿਣ ਲੱਗੇ, ਠੀਕ ਹੈ ਕਰੋ। ਕੁਝ ਇਸਨੇ ਸ਼ਰਤਾਂ ਰੱਖੀਆਂ, ਉਹ ਸ਼ਰਤਾਂ ਹਾਮੀ ਭਰੀ ਗਈ ਵੀ ਹਾਂ ਇਹ ਸ਼ਰਤਾਂ ਪੂਰੀਆਂ ਕਰਾਂਗੇ। ਇਹ ਬ੍ਰਾਹਮਣ ਕਿਵੇਂ ਸਮੱਗਰੀ ਲਿਖਾਉਂਦਾ ਹੈ, ਕਿਹੜੇ ਕਿਹੜੇ ਬਚਨ ਕਰਦਾ, ਉਹ ਅੱਜ ਆਪਾਂ ਸਰਵਣ ਕਰਦੇ ਹਾਂ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਠਿਓ ਨਿਕਟ ਵਿਪਰ ਬਰ ਗੁਰ ਕੇ। ਸਤਿਗੁਰਾਂ ਦੇ ਕੋਲ ਆਇਆ ਮਹਾਰਾਜ ਨੇ, ਜਦੋਂ ਖਜ਼ਾਨਚੀ ਸਿੰਘ ਨੂੰ ਆਖਿਆ ਨਾ ਵੀ ਕਿੰਨੀ ਮਾਇਆ ਮੇਲੇ ਵਿੱਚ ਆਈ ਹੈ, ਕਹਿਣ ਲੱਗਾ ਜੀ 9 ਲੱਖ ਰੁਪਈਆ ਆਇਆ। ਜਿਹੜੀਆਂ ਸੰਗਤਾਂ ਮੇਲੇ ਵਿੱਚ ਨਹੀਂ ਆਈਆਂ, ਜਿਹੜੇ ਮਸੰਦ ਨਹੀਂ ਆਏ, ਉਹਨਾਂ ਨੂੰ ਸੁਨੇਹਾ ਭੇਜ ਦਿਓ, ਆਪੋ ਆਪਣੇ ਇਲਾਕੇ ਦੀ ਮਾਇਆ ਭੇਜੋ। ਇੱਧਰੋਂ ਮਹਾਰਾਜ ਨੇ ਇਸ ਬ੍ਰਾਹਮਣ ਕੇਸੋ ਦਾਸ ਨੂੰ ਬੁਲਾਇਆ ਵੀ ਉਹਨੂੰ ਬੁਲਾ ਕੇ ਲੈ ਕੇ ਆਓ, ਬਚਨ ਬੁਲਾਸ ਕਰੀਏ। ਇਹਨੇ ਚਿਰ ਨੂੰ ਕੇਸੋ ਦਾਸ ਆ ਗਿਆ, ਮਹਾਰਾਜ ਨੂੰ ਮੱਥਾ ਟੇਕ ਕੇ ਕੋਲ ਬੈਠਾ ਹੈ। ਉਚਰੇ ਤਬਹਿ ਮਨੋਰਥ ਉਰਕੇ। ਉਸ ਵੇਲੇ ਜਿਹੜੇ ਮਨੋਰਥ ਸਨ, ਇੱਛਾ, ਉਹ ਕਹਿਣਾ ਕੀਤੀਆਂ ਹਨ। ਦਿਜ ਜੂ ਸੌਜ ਲਖਾਵੋ ਸਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਵਨ ਕਰਨ ਤੋਂ ਪਹਿਲਾਂ, ਜਗ ਕਰਨ ਤੋਂ ਪਹਿਲਾਂ ਜਿਹੜੀ ਸਮੱਗਰੀ ਚਾਹੀਦੀ ਹੈ, ਜਿਹੜੀਆਂ ਵਸਤੂਆਂ ਚਾਹੀਦੀਆਂ ਨੇ, ਉਹ ਸਾਰੀਆਂ ਵਸਤੂਆਂ ਜਿਹੜੀਆਂ ਸਾਨੂੰ ਲਿਖਾ ਦੇਵੋ। ਇਹ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਜਿਹੜੀ ਜਿਹੜੀ ਸਮੱਗਰੀ ਚਾਹੀਦੀ ਹੈ ਜੱਗ ਦੇ ਵਿੱਚ ਲੋੜੀਂਦੀ, ਉਹ ਸਾਰੀ ਸਮੱਗਰੀ ਲਿਖਾਉਣਾ ਕਰੋ। ਹਮਨ ਕਰਨ ਕੀ ਆਹੁਤ ਵਾਰੀ। ਜਿਹੜੀਆਂ ਜਿਹੜੀਆਂ ਵਸਤੂਆਂ ਹਮਨ ਦੇ ਵਿੱਚ ਲੋੜੀਂਦੀਆਂ ਹੋਣਗੀਆਂ, ਜਿਵੇਂ ਘਿਓ ਹੈ, ਮਖਾਣੇ ਨੇ, ਫੁੱਲ ਨੇ, ਹੋਰ ਕੋਈ ਕਸ਼ਤੂਰੀ ਹੈ, ਕੋਈ ਲੱਕੜ ਹੈ, ਜੋ ਵੀ ਚਾਹੀਦਾ ਉਹ ਸਾਰਾ ਸਾਨੂੰ ਲਿਖ ਕੇ ਦੱਸਣਾ ਕਰ ਵੀ ਕਿੰਨੀ ਸਮੱਗਰੀ ਆਉਣੀ ਹੈ। ਪੰਛਤ ਜਿਤਕ ਤਾਹੇ ਤੇ ਦੂਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿੰਨੀ ਤੈਨੂੰ ਚਾਹੀਦੀ ਹੈ ਨਾ, ਉਹਦੇ ਤੋਂ ਦੂਣੀ ਮੰਗਾਉਣੀ ਹੈ। ਮੰਨ ਲਓ ਵੀ ਕੋਈ ਚੀਜ਼ 10 ਕਿਲੋ ਚਾਹੀਦੀ ਹੈ, ਤੇ ਤੂੰ ਇਹ ਨਾ ਸੋਚੀ ਵੀ 10 ਚਾਹੀਦੀ ਹੈ ਮੈਂ 9 ਮੰਗਾ ਲਵਾਂ, ਜਾਂ 10 ਚਾਹੀਦੀ ਹੈ 12 ਮੰਗਾ ਲਵਾਂ। ਜਿਹੜੀ ਵਸਤੂ 10 ਕਿਲੋ ਚਾਹੀਦੀ ਉਹ 20 ਕਿਲੋ ਮੰਗਾ, ਦੂਣੀ ਮੰਗਾ ਲਾ, ਉਹਦੇ 'ਚ ਕੋਈ ਗੱਲ ਨਹੀਂ ਹੈ। ਪਰ ਮੁੱਕਣੀ ਨਹੀਂ ਚਾਹੀਦੀ, ਥੁੜਨੀ ਨਹੀਂ ਚਾਹੀਦੀ, ਘਟਣੀ ਨਹੀਂ ਚਾਹੀਦੀ ਵੀ ਇੱਧਰੋਂ ਜਗ ਆਰੰਭ ਹੋਵੇ ਤੇ ਉੱਧਰੋਂ ਵਸਤੂ ਮੁੱਕ ਜਾਵੇ। ਜਿੰਨੀ ਚਾਹੀਦੀ ਹੈ ਉਹਦੇ ਤੋਂ 2 ਗੁਣਾ ਵੱਧ ਮੰਗਾਉਣਾ ਕਰ। ਕਿਸੂ ਵਸਤ ਤੇ ਹੋਏ ਨਾ ਊਣੀ। ਕਿਸੇ ਪਾਸਿਓਂ ਕੋਈ ਗੱਲ ਊਣੀ ਨਾ ਰਹਿ ਜਾਵੇ, ਕਿਸੇ ਪਾਸਿਓਂ ਕੋਈ ਗੱਲ ਅਧੂਰੀ ਨਾ ਰਹਿ ਜਾਵੇ। ਇਹ ਪੰਡਤ ਜੀ ਸਮੱਗਰੀ ਲਿਖਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਰੋ। ਸਰਫੇ ਸਾਥ ਕਹੋ ਕਿਛ ਨਾਹੀ। ਇਹ ਗੁਰੂ ਦਾ ਘਰ ਹੈ, ਇੱਥੇ ਸਰਫਾ ਨਹੀਂ ਕਰਨਾ। ਸਰਫਾ ਤਾਂ ਅਸੀਂ ਕਰਦੇ ਘਰਾਂ ਦੇ ਵਿੱਚ, ਜਿਹੜਾ ਸਾਡਾ ਆਪਣਾ ਘਰ ਹੈ, ਸਾਨੂੰ ਪਤਾ ਹੈ ਕਿ ਸਾਡੀ ਇੰਨੀ ਆਮਦਨ ਹੈ, ਇੰਨਾ ਖਰਚਾ ਚੱਲੇਗਾ। ਪਰ ਗੁਰੂ ਦੇ ਘਰ ਦੇ ਵਿੱਚ ਸਰਫਾ ਨਹੀਂ ਕਰਨਾ। ਸਰਫੇ ਨਾਲ ਨਾ ਕੁਝ ਵੀ ਕਰੇ, ਸਰਫੇ ਨੂੰ ਪਰੇ ਕਰਕੇ, ਥੁੜ ਦਿਲੀ ਨੂੰ ਪਰੇ ਕਰਕੇ, ਦੁਨੀਆਂ ਵਸਤੂਆਂ ਲਿਖਾ, ਫਿਕਰ ਨਾ ਕਰ, ਪ੍ਰਬੰਧ ਅਸੀਂ ਆਪੇ ਕਰਨਾ ਹੈ। ਕੋਸ਼ ਟੁੱਟ ਦੀਨਸ ਗੁਰ ਪਾਹੀ। ਕਿਉਂਕਿ ਸਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੇ ਬੜਾ ਵੱਡਾ ਖਜ਼ਾਨਾ ਦਿੱਤਾ।
ਇਹਨੇ ਪਹਿਲਾਂ ਆਖਿਆ ਸੀ ਨਾ, ਮਹਾਰਾਜ ਵੀ ਐਸਾ ਜੱਗ ਨਹੀਂ ਕੀਤਾ ਜਾ ਸਕਦਾ, ਤੁਸੀਂ ਕਿਹੜਾ ਕੋਈ ਰਾਜੇ ਹੋ ਵੀ ਜੋ ਤੁਹਾਨੂੰ ਪ੍ਰਜਾ ਦੇ ਵੱਲੋਂ ਟੈਕਸ ਆਉਂਦਾ। ਅੱਜ ਸਤਿਗੁਰੂ ਜੱਗ ਆਰੰਭ ਕਰਨ ਤੋਂ ਪਹਿਲਾਂ ਕਹਿ ਰਹੇ ਨੇ, ਦੂਣੀਆਂ ਵਸਤੂਆਂ ਲਿਖਾ, 5 ਕਿਲੋ ਦੀ ਥਾਂ ਤੇ 10 ਕਿਲੋ, 10 ਦੀ ਥਾਂ ਤੇ 20 ਕਿਲੋ। ਜਿਹੜਾ ਸਾਡੇ ਕੋਲ ਖਜ਼ਾਨਾ ਹੈ ਨਾ ਬ੍ਰਾਹਮਣ ਜੀ, ਉਹ ਖਜ਼ਾਨਾ ਕਿਸੇ ਰਾਜੇ ਦੇ ਕੋਲ ਨਹੀਂ। ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ। ਨਿਧਾਨਾ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ। ਵਾਧੋ ਜਾਈ। ਇਹ ਐਸਾ ਖਜ਼ਾਨਾ ਸਾਡੇ ਕੋਲ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵੀ ਮੁਕਣਾ ਨਹੀਂ ਹੈ। ਕੇਸ਼ੋ ਦਾਸ ਵਿਚਾਰੀ ਤਵੈ। ਉਸ ਵੇਲੇ ਕੇਸੋ ਦਾਸ ਨੇ ਸੁਣੇ ਨਾ ਭਜਨ ਮਹਾਰਾਜ ਦੇ, ਵੀ ਮਹਾਰਾਜ ਤੇ ਬੜਾ ਵੱਡਾ ਖਰਚਾ ਕਰਨ ਨੂੰ ਤਿਆਰ ਨੇ। ਕਹਿੰਦੇ ਵੀ ਜਿੱਥੇ 5 ਕਿਲੋ ਵਸਤੂ ਲੱਗਣੀ ਹੈ 10 ਲਾ, 10 ਦੀ ਥਾਂ ਤੇ 20 ਲਾ। ਇਹ ਤੇ ਬੜੀ ਮੋਟੀ ਮਾਇਆ ਖਰਚਣ ਵਾਸਤੇ ਤਿਆਰ ਨੇ। ਇਹ ਗੱਲ ਜਿਸ ਵੇਲੇ ਉਹਨੇ ਮਨ ਵਿੱਚ ਸੋਚੀ ਹੈ, ਚਿਤਕ ਪ੍ਰਮਾਣ ਆਹੁਤੀ ਸਭੈ। ਜਿੰਨੀ ਕੁ ਪ੍ਰਮਾਣ ਨੀਕ ਚਾਹੀਦੀ ਸੀ, ਭਾਵ ਕਿ ਉਹਨੇ ਅੰਦਾਜ਼ਾ ਲਾਇਆ ਵੀ ਇੰਨੀ ਕੁ ਸਮੱਗਰੀ ਨਾਲ ਮੇਰਾ ਜੱਗ, ਜਿਹੜਾ ਬੰਦਾ ਰੋਜ਼ ਕੰਮ ਕਰਦਾ ਉਹਨੂੰ ਪਤਾ ਹੈ ਵੀ ਇੰਨੇ ਵਸਤੂ ਨਾਲ ਮੇਰਾ ਇੱਦਾਂ ਕੰਮ ਬਣ ਜਾਏਗਾ। ਮਿਸਤਰੀ ਨੂੰ ਆਪਣਾ ਅੰਦਾਜ਼ਾ ਹੈ, ਕਾਰੀਗਰ ਨੂੰ ਆਪਣਾ ਅੰਦਾਜ਼ਾ, ਕੰਮ ਕਰਨ ਵਾਲੇ ਨੂੰ ਆਪਣਾ ਤਜਰਬਾ ਹੈ। ਇਹ ਰੋਜ਼ ਦੇ ਜੱਗ ਕਰਨ ਵਾਲਾ ਪੰਡਤ ਹੈ, ਉਹਨੂੰ ਅੰਦਾਜ਼ਾ ਹੈ ਵੀ ਇੰਨੀ ਸਮੱਗਰੀ ਮੈਨੂੰ ਜੱਗ ਵਾਸਤੇ ਚਾਹੀਦੀ ਹੈ। ਇਸ ਅਨੁਸਾਰ ਘ੍ਰਿਤ ਜਬ ਤਿਲੈ। ਕਹਿਣ ਲੱਗੇ ਵੀ ਉਸ ਦੇ ਅਨੁਸਾਰ ਫਿਰ ਇਸਨੇ ਘਿਓ ਮੰਗਾਇਆ। ਮਹਾਰਾਜ ਇੰਨਾ ਘਿਓ ਲਿਆ ਦਿਓ। ਤੇ ਜਬ ਤੋਂ ਭਾਵ ਹੈ ਗੁਰਮੁਖੋ ਜੌਂ, ਜੌਂ ਮੰਗਾਏ ਵੀ ਜੱਗ ਵਿੱਚ ਜੌਂ ਵੀ ਪਾਉਣੇ ਪੈਣਗੇ, ਜੌਂ ਵੀ ਚਾਹੀਦੇ। ਤੇ ਤਿਲ ਵੀ ਮੰਗਾਏ, ਇੰਨੇ ਤਿਲ ਚਾਹੀਦੇ। ਤਿਲਾਂ ਨੂੰ ਵੀ ਲਿਖਾਇਆ ਕਿੰਨੇ ਮਣ ਚਾਹੀਦੇ ਨੇ, ਜੌਂ ਕਿੰਨੇ ਮਣ ਚਾਹੀਦੇ, ਘਿਓ ਕਿੰਨੇ ਮਣ ਚਾਹੀਦਾ। ਇਹ ਸਾਰਾ ਕੁਝ ਸਮੱਗਰੀ ਲੋੜੀਂਦੀ ਹੈ। ਤੰਦੁਲ ਮੇਵਾ ਖੰਡ ਸੁ ਮਿਲੈ। ਤੇ ਗੁਰਮੁਖੋ ਤੰਦੁਲ ਕਹਿੰਦੇ ਨੇ ਜਿਹੜੇ ਚੌਲ ਨੇ, ਚੌਲ ਵੀ ਲਿਖਾਏ। ਮਹਾਰਾਜ ਇੰਨੇ ਮਣ ਚੌਲ ਲੈ ਆਓ। ਇਸੇ ਤਰ੍ਹਾਂ ਮੇਵੇ ਕਿੰਨੇ ਚਾਹੀਦੇ ਨੇ, ਖੰਡ ਕਿੰਨੀ ਕੁ ਚਾਹੀਦੀ ਹੈ। ਜਿੰਨੀਆਂ ਜਿੰਨੀਆਂ ਵਸਤੂਆਂ, ਇਹ ਸਾਰੀਆਂ ਸਮੱਗਰੀਆਂ ਚਾਹੀਦੀਆਂ ਹਨ। ਪਿਸਤਾ ਗਰੀ ਬਦਾਮ ਸੁਪਾਰੀ। ਇਸੇ ਤਰ੍ਹਾਂ ਪਿਸਤਾ ਮੰਗਾ ਲਿਆ, ਕਾਜੂ ਮੰਗਾ ਲਿਆ ਵੀ ਇੰਨੇ ਕਾਜੂ ਲਿਆ ਦਿਓ, ਇੰਨਾ ਪਿਸਤਾ ਲਿਆ ਦਿਓ। ਇਸੇ ਤਰ੍ਹਾਂ ਇੰਨੀਆਂ ਬਦਾਮਾਂ ਦੀਆਂ ਗਿਰੀਆਂ ਚਾਹੀਦੀਆਂ, ਇੰਨੇ ਮਣ ਬਦਾਮ ਹੋਣੇ ਚਾਹੀਦੇ, ਇੰਨੇ ਮਣ ਕਾਜੂ ਹੋਣੇ ਚਾਹੀਦੇ। ਤੇ ਸੁਪਾਰੀ, ਇੰਨੀਆਂ ਸੁਪਾਰੀਆਂ ਚਾਹੀਦੀਆਂ, ਉਹ ਵੀ ਮੰਗਾ ਲਈਆਂ ਹਨ। ਖਾਰਕ ਖੋਪਾ ਦਾਖ ਸੁਧਾਰੀ। ਇਸੇ ਤਰ੍ਹਾਂ ਗੁਰਮੁਖੋ ਖਾਰਕ ਕਿਹਾ ਜਾਂਦਾ ਛੁਹਾਰੇ। ਮਹਾਰਾਜ ਜੱਗ ਦੇ ਵਿੱਚ ਇੰਨੇ ਛੁਹਾਰੇ ਲੱਗਣੇ, ਕਿਲੋ ਨਾਲ ਨਹੀਂ ਲੱਗਣੇ, ਮਣਾਂ ਦੇ ਨਾਲ ਲੱਗਣੇ। ਮਣਾਂ ਦੇ ਨਾਲ ਵੀ ਇੰਨੇ ਮਣ ਮਹਾਰਾਜ ਛੁਹਾਰੇ ਚਾਹੀਦੇ। ਤੇ ਖੋਪਾ ਜਿਹੜਾ ਗਿਰੀ ਦਾ ਹੁੰਦਾ ਨਾ, ਗਿਰੀ ਖੋਪਾ ਪੰਜੀਰੀ ਦੇ ਵਿੱਚ ਲੋਕ ਪਾਉਂਦੇ। ਮਹਾਰਾਜ ਇੰਨੇ ਗਿਰੀ ਖੋਪੇ ਚਾਹੀਦੇ, ਇੰਨੇ ਬੋਰੇ ਇਹਨਾਂ ਦੇ ਚਾਹੀਦੇ ਨੇ। ਉਹ ਵੀ ਲਿਖਾ ਦਿੱਤੇ ਵੀ ਆਹ ਵੀ ਸਮਾਨ ਮਹਾਰਾਜ ਚਾਹੀਦਾ ਹੈ। ਧੂਪ ਤੁਖਾਵਨ ਕੇ ਹਿਤ ਘਨੀ। ਫਿਰ ਇਹ ਤੇ ਵਸਤੂਆਂ ਨੇ ਜਿਹੜੀਆਂ ਜੱਗ ਵਿੱਚ ਵਰਤੀਆਂ ਜਾਣੀਆਂ ਔਰ ਖਾਧੀਆਂ ਜਾਣੀਆਂ, ਪਰ ਮਹਾਰਾਜ ਧੂਪ ਵੀ ਤਿਖਾਉਣੀ ਪਵੇਗੀ। ਬੜੀ ਜ਼ਿਆਦੀ ਸੁਗੰਧੀ ਆਉਣੀ ਚਾਹੀਦੀ ਹੈ, ਖੁਸ਼ਬੂ ਆਉਣੀ ਚਾਹੀਦੀ ਹੈ। ਜਿਹੜੇ ਮੰਤਰ ਸਿੱਧ ਕਰਨ ਵਾਲੇ ਹੁੰਦੇ ਨਾ ਗੁਰਮੁਖੋ, ਜਿਹੜੇ ਮੰਤਰ ਸਿੱਧ ਕਰਦੇ ਕਿਸੇ ਚੀਜ਼ ਨੂੰ ਵਸ ਕਰਨ ਵਾਸਤੇ, ਉਹਨਾਂ ਨੂੰ ਬਹੁਤ ਜ਼ਿਆਦਾ ਅਤਰ, ਫਲੈਲ, ਸੈਂਟ, ਇਹ ਖੁਸ਼ਬੂਦਾਰ ਵਸਤੂਆਂ ਛਿੜਕਣੀਆਂ ਪੈਂਦੀਆਂ ਨੇ। ਬੜੇ ਬਹੁਤੇ ਖੁਸ਼ਬੂਦਾਰ ਕਮਰੇ ਵਿੱਚ ਬੈਠ ਕੇ ਤੇ ਫਿਰ ਉਹ ਆਪਣਾ ਜਪ ਤਪ ਕਰਦੇ। ਹੁਣ ਪੰਡਤ ਨੇ ਦੇਵੀ ਪ੍ਰਗਟ ਕਰਨੀ ਹੈ, ਕਹਿਣ ਲੱਗਾ ਵੀ ਮਹਾਰਾਜ ਹੁਣ ਖੁਸ਼ਬੂ ਵਾਲੇ ਪਾਸੇ ਆ ਜਾਈਏ। ਖੁਸ਼ਬੂ ਵਾਸਤੇ, ਮਹਿਕ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਦੱਸਦੇ ਹਨ। ਅਨਕ ਸੁਗੰਧ ਹੈ ਚੰਦਨ ਸਨੀ। ਕਹਿਣ ਲੱਗੇ ਕਈ ਸੁਗੰਧੀਆਂ ਲਿਖਾਈਆਂ ਤੇ ਕੁਝ ਨੇ ਚੰਦਨ ਦੀ ਲੱਕੜ ਲਿਖਵਾਈ। ਚੰਦਨ ਜਿਹੜਾ ਨਾ ਬੜਾ ਠੰਡਾ ਤੇ ਬੜਾ ਖੁਸ਼ਬੂਦਾਰ ਹੈ। ਚੰਦਨ ਦੀ ਖੁਸ਼ਬੂ ਸਾਰੀ ਉਮਰ ਨਹੀਂ ਜਾਂਦੀ। ਚੰਦਨ ਦੀ ਲੱਕੜ ਦੇ ਵਿੱਚ ਜਿਹੜੀ ਮਹਿਕ ਹੈ ਨਾ, ਸਾਰੀ ਉਮਰ ਨਹੀਂ ਜਾਂਦੀ। ਚੰਦਨ ਦੀ ਲੱਕੜ ਦੀ ਮਹਿਕ ਤੇ ਛੱਡੋ, ਚੰਦਨ ਦੇ ਨੇੜੇ ਜਿਹੜੇ ਰੁੱਖ ਨੇ ਉਹਨਾਂ ਦੀ ਲੱਕੜਾਂ ਦੇ ਵਿੱਚ ਵੀ ਇੰਨੀ ਮਹਿਕ ਭਰ ਜਾਂਦੀ ਹੈ ਵੀ ਸਾਰੀ ਉਮਰ ਉਹਨਾਂ ਲੱਕੜਾਂ ਦੀ ਮਹਿਕ ਨਹੀਂ ਖਤਮ ਹੁੰਦੀ ਹੈ। ਮਹਿਕਣ ਵਾਸਤੇ, ਖੁਸ਼ਬੂ ਵਾਸਤੇ ਕੋਈ ਚੰਦਨ ਦੀ ਲੱਕੜ ਜਿਹੜੀ ਹੈ, ਬੜਾ ਮਹਿੰਗਾ ਚੰਦਨ ਹੈ, ਉਹ ਇਸਨੇ ਮੰਗਵਾਇਆ ਹੈ। ਸ਼ੀਸ਼ੇ ਭਰੇ ਗੁਲਾਬ ਸੁਕੇਰੇ। ਮਹਾਰਾਜ ਇੰਨੀਆਂ ਗੁਲਾਬ ਦੀਆਂ ਸੀਸੀਆਂ ਚਾਹੀਦੀਆਂ, ਗੁਲਾਬ ਜਲ ਦੀਆਂ। ਮੈਂ ਆਪਣੇ ਤਣ ਤੇ ਲਾਵਾਂਗਾ, ਨੇੜੇ ਨੇੜੇ ਛਿੜਕਾਂਗਾ, ਮਹਿਕ ਆਵੇਗੀ। ਕਿੰਨੀਆਂ ਸੀਸੀਆਂ ਜਿਹੜੀਆਂ ਨੇ ਉਹ ਗੁਲਾਬ ਜਲ ਦੀਆਂ। ਕਹਿ ਲਈਏ ਵੱਡੇ ਵੱਡੇ ਮਰਤਬਾਨ ਹੀ ਇਸਨੇ ਮੰਗਾ ਲਿਆ ਭਰ ਕੇ
ਗੁਲਾਬ ਜਲ ਦੇ ਵੀ ਮਹਾਰਾਜ ਇੰਨਾ ਗੁਲਾਬ ਜਲ ਖੁਸ਼ਬੂਦਾਰ ਚਾਹੀਦਾ ਹੈ। ਅਪਰ ਗੰਧ ਕਨਸਾਰ ਕਨੇਰੇ। ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੰਧ ਦੇਣ ਵਾਲੀਆਂ, ਜਿਵੇਂ ਕਪੂਰ ਹੈ ਨਾ, ਕਪੂਰ ਨੂੰ ਵੀ ਖੁਸ਼ਬੂਦਾਰ ਮੰਨਿਆ ਜਾਂਦਾ। ਕਪੂਰ ਵੀ ਮੰਗਾ ਲਿਆ, ਚੰਦਨ ਵੀ ਮੰਗਾ ਲਿਆ, ਗੁਲਾਬ ਜਲ ਵੀ ਮੰਗਾ ਲਿਆ। ਇਹ ਸਾਰੀਆਂ ਵਸਤੂਆਂ ਮੈਂ ਆਪਣੇ ਕੋਲੋਂ ਤਿਆਰ ਕਰਾਂਗਾ। ਮਹਿਕਣ ਵਾਲੀਆਂ ਚੀਜ਼ਾਂ ਜੱਗ ਵਾਸਤੇ ਚਾਹੀਦੀਆਂ, ਇਹ ਪੰਡਤ ਨੇ ਮੰਗਵਾਈਆਂ ਹਨ। ਸਭ ਹਨ ਕੋ ਪ੍ਰਮਾਨ ਲਿਖ ਕਰਕੇ। ਸਾਰਿਆਂ ਦਾ ਪ੍ਰਮਾਣ ਲਿਖਿਆ ਗਿਆ, ਨਾਪ ਤੋਲ। ਇੰਨਾ ਚੰਦਨ ਚਾਹੀਦਾ, ਇੰਨੇ ਕਿਲੋ ਚੰਦਨ ਚਾਹੀਦਾ, ਇੰਨੇ ਕਿਲੋ ਗੁਲਾਬ ਚਾਹੀਦਾ, ਇੰਨੇ ਕਿਲੋ ਕਸਤੂਰੀ ਚਾਹੀਦੀ ਹੈ। ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ ਮਹਿਕਣ ਵਾਸਤੇ, ਸਾਰਿਆਂ ਦੀ ਪ੍ਰਮਾਣ ਨੀਕ ਗਿਣਤੀ ਲਿਖਾਈ ਹੈ। ਤੇ ਸਤਿਗੁਰਾਂ ਨੇ ਆਖਿਆ ਸੀ ਵੀ ਜੋ ਚਾਹੀਦਾ ਦੂਣਾ ਮੰਗਾ। 5 ਕਿਲੋ ਗੁਲਾਬ ਜਲ ਚਾਹੀਦਾ, 10 ਮੰਗਾ ਲੈ। 5 ਕਿਲੋ ਛੁਹਾਰੇ ਚਾਹੀਦੇ, 10 ਕਿਲੋ ਮੰਗਾ। ਜਿਹੜੀ ਸਮੱਗਰੀ ਇਹਨੇ ਲਿਖਾਈ ਨਾ, ਗੁਰਮੁਖੋ ਮਨਾਂ ਦੇ ਮੂੰਹ ਮਣੀ ਮੂੰਹੀ ਇਹ ਸਮੱਗਰੀ ਲਿਖਾਈ। ਇੰਨੇ ਮਨ ਮਹਾਰਾਜ ਆ ਚਾਹੀਦਾ, ਇੰਨੇ ਮਨ ਆ ਚਾਹੀਦਾ, ਸਾਰਾ ਕੁਝ ਲਿਖਿਆ ਗਿਆ ਹੈ। ਦਇਓ ਬਿਪਰ ਬਾਰ ਕਰ ਸਤਿਗੁਰ ਕੇ। ਲਿਖ ਕੇ ਨਾ ਕਾਗਜ਼ ਦੇ ਉੱਪਰ ਸਾਰੀ ਸਮੱਗਰੀ ਹਮਣ ਦੀ, ਤੇ ਮਹਾਰਾਜ ਦੇ ਅੱਗੇ ਕੀਤਾ ਕਾਗਜ਼ ਵੀ ਆਹ ਦੇਖੋ ਮਹਾਰਾਜ, ਆਹ ਸਮੱਗਰੀਆਂ, ਆਹ ਵਸਤੂਆਂ ਆਪਾਂ ਨੂੰ ਜੱਗ ਵਾਸਤੇ ਚਾਹੀਦੀਆਂ ਹਨ। ਅਪਰ ਬਾਰਤਾ ਕਹੀ ਕਹਾਈ। ਹੋਰ ਵੀ ਕਈ ਗੱਲਾਂ ਬਾਤਾਂ ਜਿਹੜੀਆਂ ਇਧਰੋਂ ਉਧਰੋਂ ਸੁਣੀਆਂ, ਉਹ ਇਸ ਪੰਡਤ ਕੇਸੋ ਦਾਸ ਨੇ ਮਹਾਰਾਜ ਦੇ ਨਾਲ ਕਈਆਂ ਸੁਣੀਆਂ ਹਨ। ਜਿਸ ਪ੍ਰਕਾਰ ਬਿਦਤ ਹੈ ਜਗ ਮਾਈ। ਮਹਾਰਾਜ ਜੇ ਆਪਾਂ ਇਹ ਗੱਲ ਕਰਾਂਗੇ ਤੇ ਤਾਂ ਜਗਤ ਮਾਤਾ ਜਗਦੰਬਾ ਜਿਹੜੀ ਹੈ ਨਾ, ਦੁਰਗਾ ਦੇਵੀ ਤਾਂ ਪ੍ਰਗਟ ਹੋਵੇਗੀ ਜਿਸ ਨੂੰ ਆਖਿਆ ਜਾਂਦਾ ਹੈ। ਸੋ ਦੇਵੀ ਜਿਹੜੀ ਹੈ ਦੁਰਗਾ ਜੀ ਦਾ ਨਾਮ ਹੈ, ਜਿਸ ਨੂੰ ਜਵਾਲਾਮੁਖੀ ਆਖਿਆ ਜਾਂਦਾ। ਕਈ ਉਹਦੇ ਨਾਮ ਨੇ। ਮਹਾਰਾਜ ਇਹ ਵਸਤੂਆਂ ਲੈ ਆਓ ਤੇ ਇਹਦੇ ਨਾਲ ਪ੍ਰਗਟ ਹੋ ਸਕਦੀ ਹੈ। ਖਾਤਰ ਜਮਾ ਬਿਪਰ ਕੀ ਹੋਈ। ਕਹਿਣ ਲੱਗੇ ਸਤਿਗੁਰਾਂ ਨੇ ਚੰਗੀ ਤਰ੍ਹਾਂ ਫਿਰ ਤਸੱਲੀ ਕੀਤੀ ਬ੍ਰਾਹਮਣ ਦੀ। ਫਿਕਰ ਨਾ ਕਰ ਕੇਸੋ ਦਾਸ, ਜਿਹੜੀਆਂ ਤੂੰ ਚੀਜ਼ਾਂ ਲਿਖੀਆਂ ਤੇਰੀ ਅਸੀਂ ਤਸੱਲੀ ਕਰਵਾ ਦਈਏ, ਇਹ ਵਸਤੂਆਂ ਤੇਰੇ ਕੋਲ ਪਹੁੰਚ ਜਾਣਗੀਆਂ। ਚੰਗੀ ਤਰ੍ਹਾਂ ਤਸੱਲੀ ਕਰਾਈ ਹੈ। ਸਮਝ ਲਾ ਵੀ ਤੂੰ ਜੋ ਲਿਖਿਆ ਹੈ ਤੈਨੂੰ ਮਿਲ ਜਾਣਾ ਹੈ। ਗੁਰ ਸਮਰੱਥ ਕਰ ਸਕ ਹੈ ਸੋਈ। ਕਿਉਂਕਿ ਸਤਿਗੁਰੂ ਸਮਰੱਥ ਨੇ, ਇਹ ਸਤਿਗੁਰੂ ਹੀ ਕਰ ਸਕਦਾ। ਸਤਿਗੁਰੂ ਐਸੇ ਸਮਰੱਥ ਹਨ। ਸਰਵਰੀਤ ਮਨ ਆਪਨ ਜਮਾਇਓ। ਕਹਿਣ ਲੱਗੇ ਵੀ ਇਸ ਨੇ ਨਾ ਸਾਰੇ ਤਰੀਕਿਆਂ ਦੇ ਨਾਲ ਵੀ ਤਸੱਲੀ ਕਰ ਲਈ। ਪੰਡਤ ਨੂੰ ਪਤਾ ਲੱਗ ਗਿਆ ਵੀ ਜੱਗ ਤੇ ਭਾਵੇਂ ਖਰਚਾ ਤੇ ਬੜਾ ਹੋਣਾ, ਬੜਾ ਕੀ ਬਹੁਤਾ ਹੀ ਹੋਣਾ, ਪਰ ਗੁਰੂ ਇੰਨਾ ਖਰਚਾ ਕਰ ਸਕਦਾ ਹੈ। ਸਤਿਗੁਰਾਂ ਨੇ ਆਖਿਆ ਨਾ ਦੂਣੀਆਂ ਵਸਤੂਆਂ ਲਿਖਾ ਦੇ। ਜਦੋਂ ਲਿਖਾ ਕੇ ਕਾਗਜ਼ ਅੱਗੇ ਕੀਤਾ, ਮਹਾਰਾਜ ਨੇ ਕਾਗਜ਼ ਪੜ੍ਹਿਆ ਤੱਕ ਨਹੀਂ ਵੀ ਕਿੰਨਾ ਕੀ ਕੁਝ ਲਿਖਾਇਆ। ਉਸੇ ਵੇਲੇ ਕਾਗਜ਼ ਨੂੰ ਦੂਰਾ ਕਰਕੇ ਸਿੱਖ ਨੂੰ ਫੜਾਇਆ। ਪੰਡਤ ਜਾਣ ਗਿਆ, ਬ੍ਰਾਹਮਣ ਜਾਣ ਗਿਆ ਵੀ ਮਹਾਰਾਜ ਸਾਹਿਬ ਜੀ ਇਹ ਜਿਹੜੀਆਂ ਵਸਤੂਆਂ ਨੇ ਇਹ ਵਾਕਿਆ ਹੀ ਲਿਆ ਸਕਦੇ, ਇਹ ਜੱਗ ਕਰਵਾ ਸਕਦੇ ਹਨ। ਜਿਮ ਨਿਸ਼ਚੈ ਚਾਹਤ ਤਿਮ ਪਾਇਓ। ਜਿਵੇਂ ਇਹਨੂੰ ਭਰੋਸਾ ਚਾਹੀਦਾ ਸੀ ਨਾ ਮਹਾਰਾਜ ਦੇ ਉੱਪਰ, ਉਹ ਸਾਰਾ ਭਰੋਸਾ ਇਹਨੂੰ ਹੋ ਗਿਆ ਵੀ ਹਾਂ ਸਤਿਗੁਰੂ ਜੋ ਮੈਂ ਕਵਾਂਗਾ ਉਹ ਮਹਾਰਾਜ ਨੇ ਮੰਨ ਲੈਣਾ ਹੈ। ਉਰ ਧਰ ਹਰਖ ਕਹਿਤ ਪ੍ਰਭ ਸੁਣੀਏ। ਇਹ ਬੜਾ ਖੁਸ਼ ਹੋ ਗਿਆ। ਪਹਿਲਾਂ ਤੇ ਹਲੇ ਗੱਲਾਂ ਬਾਤਾਂ ਹੀ ਸੀ ਵੀ ਪਤਾ ਨਹੀਂ ਜੱਗ ਕਰਾਉਣਗੇ, ਮੇਰੀ ਗੱਲਬਾਤ ਬਣੇਗੀ ਕਿ ਨਹੀਂ। ਹੁਣ ਜਦੋਂ ਸਮੱਗਰੀ ਲਿਖ ਲਈ ਹੈ, ਹੁਣ ਇਹਨੂੰ ਪੂਰਾ ਭਰੋਸਾ ਆ ਗਿਆ ਵੀ ਹੁਣ ਜੱਗ ਤੇ ਹੋਣਾ ਹੀ ਹੋਣਾ। ਮਹਾਰਾਜ ਲੱਖਾਂ ਰੁਪਈਆ ਲਾ ਕੇ ਜੇ ਸਮੱਗਰੀ ਮੰਗਾ ਲੈਣਗੇ ਤੇ ਸਮੱਗਰੀ ਮੰਗਾ ਕੇ ਜੱਗ ਕਰਨ ਤੋਂ ਤੇ ਨਹੀਂ ਨਾ ਪਿੱਛੇ ਰਹਿਣਗੇ। ਇਹਨਾਂ ਨੇ ਹੁਣ ਜੱਗ ਕਰਾਉਣਾ। ਇਸ ਤੋਂ ਪਹਿਲਾਂ ਕਿ ਜੱਗ ਆਰੰਭ ਹੋਵੇ ਮੈਨੂੰ ਆਪਣੀ ਗੱਲਬਾਤ ਮਹਾਰਾਜ ਨਾਲ ਕਰ ਲੈਣੀ ਚਾਹੀਦੀ ਹੈ। ਕਹਿਣ ਲੱਗਾ ਵੀ ਸਤਿਗੁਰੂ ਮੇਰੀ ਇੱਕ ਬੇਨਤੀ ਹੈ, ਮੇਰੀ ਬੇਨਤੀ ਮੇਰੀ ਅਰਜ਼ੋਈ ਵੀ ਆਪ ਸੁਣਨਾ ਕਰੋ। ਅਤਿ ਉਤਮ ਵਿਦ ਚਿਤ ਮੈਂ ਗੁਨੀਏ। ਮੈਂ ਬੜੀਆਂ ਚੰਗੀ ਵਿਧੀ ਦੇ ਨਾਲ ਤੁਹਾਡਾ ਇਹ ਜੱਗ ਕਰਾਂਗਾ। ਜਿਹੜੀ ਵਿਧੀ ਸਭ ਤੋਂ ਔਖੀ ਹੋਵੇਗੀ, ਜਿਹੜੀ ਵਿਧੀ ਸਭ ਤੋਂ ਵਧੀਆ ਹੋਵੇਗੀ, ਜਿਹੜੇ ਮੰਤਰ ਸਭ ਤੋਂ ਕਠਿਨ ਹੋਣਗੇ ਮਹਾਰਾਜ ਮੈਂ ਉਹੀ ਮੰਤਰ ਪੜਾਂਗਾ, ਉਹ ਵਿਧੀ ਕਰਾਂਗਾ। ਮੈਂ ਆਪਣਾ ਪੂਰਾ ਤਾਨ ਲਾ ਦਿਆਂਗਾ, ਪੂਰਾ ਜ਼ੋਰ ਲਾ ਦਿਆਂਗਾ, ਪਰ ਤੁਹਾਡਾ ਜੱਗ ਮੈਂ ਬਹੁਤ ਵਧੀਆ ਕਰਨਾ ਹੈ। ਵੇਦ ਉਕਤ ਸ਼ਾਸਤਰੋ ਕਰ ਸਾਰ। ਜਿਵੇਂ ਵੇਦਾਂ ਦੀ ਉਕਤੀ ਸ਼ਾਸਤਰਾਂ ਵਿੱਚ ਲਿਖੀ ਹੈ। 6 ਸ਼ਾਸਤਰ ਨੇ ਨਾ, 4 ਵੇਦਾਂ ਦਾ ਨਿਚੋੜ ਹੀ ਸ਼ਾਸਤਰਾਂ ਦੇ ਵਿੱਚ ਹੈ। ਕਹਿਣ ਲੱਗਾ ਵੀ ਜਿਵੇਂ ਸ਼ਾਸਤਰਾਂ ਵਿੱਚ ਜੱਗ ਕਰਨ ਦੀ ਵਿਧੀ ਲਿਖੀ ਹੈ ਉਹ ਵਿਧੀ ਮੈਂ ਪੜ੍ਹੀ ਹੋਈ ਹੈ।
ਮੈਂ ਉਸ ਵਿਧੀ ਦੇ ਮੁਤਾਬਕ ਜਾਂ ਮਰਿਆਦਾ ਦੇ ਮੁਤਾਬਕ ਹੀ ਤੁਹਾਡਾ ਜੱਗ ਕਰਵਾਵਾਂਗਾ। ਮੈਂ ਸਭ ਖੋਜ ਧਰੀ ਤੇ ਨਿਰਧਾਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਮੈਂ ਉਹ ਸਾਰੀ ਖੋਜ ਕੇ ਲੱਭ ਕੇ ਤੇ ਰੱਖੀ ਹੋਈ ਹੈ ਆਪਣੇ ਕੋਲ। ਮਹਾਰਾਜ ਜੱਗ ਕਰਨ ਵਾਸਤੇ ਜਿਹੜੇ ਮੰਤਰ ਪੜ੍ਹਦੇ ਨੇ, ਜਿਹੜੇ ਮੰਤਰਾਂ ਦੀ ਲੋੜ ਪੈਣੀ ਹੈ, ਉਹ ਸਾਰੇ ਮੰਤਰ ਮੈਨੂੰ ਜ਼ੁਬਾਨੀ ਯਾਦ ਨੇ। ਜਿਹੜੀ ਵਿਧੀ ਦੀ ਲੋੜ ਪੈਣੀ ਉਹ ਵਿਧੀ ਵੀ ਮੈਨੂੰ ਜ਼ੁਬਾਨੀ ਯਾਦ ਹੈ। ਬਾਕੀ ਮੈਂ ਕੁਝ ਗੱਲਾਂ ਕਾਗਜ਼ ਤੇ ਲਿਖ ਕੇ ਰੱਖੀਆਂ ਹੋਈਆਂ। ਸ਼ਾਸਤਰਾਂ ਦੇ ਅੰਗ ਨੰਬਰ ਲਿਖੇ ਹੋਏ ਨੇ, ਫਲਾਣੇ ਸ਼ਾਸਤਰ ਦੇ ਵਿੱਚ ਇੰਨੇ ਅੰਗ ਤੇ ਆ ਮਰਿਆਦਾ ਲਿਖੀ ਹੈ, ਫਲਾਣੇ ਸ਼ਾਸਤਰ ਦੇ ਵਿੱਚ ਇਹ ਸ਼ਲੋਕ ਦੇ ਵਿੱਚ ਆਹ ਮੰਤਰ ਲਿਖਿਆ। ਕਹਿਣ ਲੱਗਾ ਵੀ ਮਹਾਰਾਜ ਮੈਂ ਸਭ ਕੁਝ ਲਿਖ ਕੇ ਵੱਡੇ ਵੱਡੇ ਕਿਤਾਬਚਿਆਂ ਦੇ ਵਿੱਚ ਆਪਣੇ ਕੋਲ ਰੱਖਿਆ ਹੋਇਆ, ਤੁਸੀਂ ਫਿਕਰ ਨਾ ਕਰੋ। ਮੈਨੂੰ ਨਾ ਮੰਤਰ ਭੁੱਲਣ ਲੱਗਾ, ਨਾ ਮੈਨੂੰ ਵਿਧੀ ਭੁੱਲਣ ਲੱਗੀ ਹੈ। ਮੈਂ ਬੜੇ ਤਗੜੇ ਤਰੀਕੇ ਨਾਲ ਜੱਗ ਕਰਨਾ ਹੈ। ਤੰਤਰ ਸ਼ਾਸਤਰ ਮੈਂ ਵਿਦਾ ਹਜ਼ਾਰੇ। ਮਹਾਰਾਜ ਸ਼ਾਸਤਰਾਂ ਦੇ ਵਿੱਚ ਇੱਕ ਤਰ੍ਹਾਂ ਦਾ ਤੰਤਰ ਨਹੀਂ ਹੈ ਵੀ ਇੱਕ ਦੋ ਮੰਤਰ ਹੋਣਗੇ, ਨਹੀਂ, ਕਈ ਤਰ੍ਹਾਂ ਦੇ ਤੰਤਰ ਨੇ ਸ਼ਾਸਤਰਾਂ ਦੇ। ਵਿਦਵਾਨਾਂ ਨੇ ਤੰਤਰਾਂ ਦੇ 3 ਰੂਪ ਲਿਖੇ ਨੇ, ਜੰਤਰ, ਮੰਤਰ ਤੇ ਤੰਤਰ। ਜੰਤਰ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਮੂੰਹ ਦੇ ਨਾਲ ਪੜ੍ਹਿਆ ਗਿਆ, ਕਿਸੇ ਵੱਲ ਵੇਖ ਕੇ। ਜਿਵੇਂ ਕੁਝ ਲੋਕ ਦੱਸ ਦਿੰਦੇ ਨਾ, ਫਲਾਣੇ ਵੱਲ ਵੇਖ ਕੇ, ਜਿਹੜਾ ਤੇਰਾ ਦੁਸ਼ਮਣ ਹੈ ਨਾ ਉਹਦੇ ਵੱਲ ਵੇਖ ਕੇ ਆ ਪੜ੍ਹਦੀ ਤੈਨੂੰ ਦੱਸਿਆ ਜਿਹੜਾ ਸ਼ਲੋਕ ਤੇ ਚੱਲ ਜਾਏਗਾ। ਜਾਂ ਕਿਸੇ ਦੀ ਮਿੱਟੀ ਵਗੈਰਾ ਚੁੱਕ ਕੇ ਪੈਰ ਦੀ ਤੇ ਫਿਰ ਪੜ੍ਹਨਾ। ਜਿਹੜਾ ਕਿਸੇ ਵੱਲ ਪੜ੍ਹ ਕੇ ਜਾਂ ਕਿਸੇ ਦਾ ਨਾਂ ਲੈ ਕੇ ਵੀ ਫਲਾਣੇ ਦਾ ਸਤਿਆਨਾਸ਼ ਹੋ ਜਾਏ ਤੇ ਮੇਰਾ ਮੰਤਰ ਕੰਮ ਕਰ ਜਾਏ, ਜਿਹੜਾ ਨਾਂ ਲੈ ਕੇ ਜਾਂ ਕਿਸੇ ਵੱਲ ਵੇਖ ਕੇ ਪੜ੍ਹਿਆ ਮੰਤਰ, ਉਸ ਨੂੰ ਕਿਹਾ ਜਾਂਦਾ ਹੈ ਮੰਤਰ। ਤੇ ਜੰਤਰ ਉਹਨੂੰ ਕਿਹਾ ਜਾਂਦਾ ਜਿਹੜਾ ਕਾਗਜ਼ ਦੇ ਉੱਪਰ ਲਿਖਿਆ ਜਾਏ, ਕਾਗਜ਼ ਦੇ ਉੱਪਰ ਲਿਖ ਕੇ ਕਿਸੇ ਦੇ ਉੱਪਰ ਸੁੱਟਿਆ ਜਾਏ, ਕਾਗਜ਼ ਦੇ ਉੱਪਰ ਲਿਖ ਕੇ ਕਿਸੇ ਨੂੰ ਰੋਟੀ ਪਾਣੀ ਵਿੱਚ ਖਵਾ ਦਿੱਤਾ ਜਾਏ, ਕਾਗਜ਼ ਦੇ ਉੱਪਰ ਲਿਖ ਕੇ ਉਹਨੂੰ ਅੱਗ ਨਾਲ ਸਾੜ ਦਿੱਤਾ ਜਾਏ, ਉਹਨੂੰ ਕਿਹਾ ਜਾਂਦਾ ਜੰਤਰ। ਇਹ ਦੂਜਾ ਰੂਪ ਹੈ। ਤੇ ਤੰਤਰ ਜਿਹੜਾ ਉਹ ਤੀਜਾ ਰੂਪ ਹੈ। ਤੰਤਰ ਵਿੱਚ ਕੀ ਕਰਨਾ ਪੈਂਦਾ ਵੀ ਇੱਕ ਧਾਗਾ ਲੈ ਕੇ ਧਾਗੇ ਨੂੰ ਗੱਠਾਂ ਮਾਰੀ ਜਾਣੀਆਂ, ਨਾਲ ਨਾਲ ਉਹ ਬੰਦੇ ਦਾ ਨਾਂ ਲਈ ਜਾਣਾ, ਨਾਲ ਨਾਲ ਮੰਤਰ ਪੜ੍ਹੀ ਜਾਣੇ, ਤੇ ਉਹ ਧਾਗਾ ਤਿਆਰ ਕਰਕੇ ਤੇ ਫਿਰ ਉਹ ਧਾਗਾ ਕਿਸੇ ਦੇ ਗਲ ਵਿੱਚ ਪਾਉਣਾ, ਪੈਰ ਨਾਲ ਬੰਨ੍ਹਣਾ, ਡੋਲੇ ਮੋਢੇ ਤੇ ਕਿਤੇ ਬੰਨ੍ਹਦੇ ਨਾ, ਉਹਨੂੰ ਤੰਤਰ ਕਿਹਾ ਜਾਂਦਾ। ਇਹ 3 ਰੂਪ ਨੇ, ਜੰਤਰ, ਮੰਤਰ ਤੇ ਤੰਤਰ ਦੇ। ਇਹ ਪੰਡਤ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਮੈਨੂੰ 3 ਹੀ ਆਉਂਦੇ ਜੇ। ਮੈਂ ਮੂੰਹ ਨਾਲ ਮੰਤਰ ਵੀ ਫੂਕਦਿਆਂ ਚੱਲੇਗਾ, ਮੈਂ ਕਾਗਜ਼ ਤੇ ਲਿਖ ਕੇ ਵੀ ਛੱਡਦਿਆਂ ਤੇ ਚੱਲੇਗਾ, ਜੇ ਮੈਂ ਧਾਗਾ ਹੀ ਬਣਾ ਦਿਆਂ ਨਾ ਕਿਸੇ ਦਾ ਗੱਠਾ ਮਾਰ ਕੇ, ਗੰਢਾ ਮਾਰ ਕੇ, ਤੇ ਉਹ ਵੀ ਚੱਲੇਗਾ। ਪਰ ਐਸੇ ਤੰਤਰ ਜਿਹੜੇ ਨੇ, ਐਸੇ ਸ਼ਬਦ, ਐਸੇ ਸ਼ਲੋਕ, ਐਸੀਆਂ ਵਿਧੀਆਂ ਸ਼ਾਸਤਰ ਵਿੱਚ ਇੱਕ ਨਹੀਂ, ਗ੍ਰੰਥਾਂ ਵਿੱਚ ਇੱਕ ਨਹੀਂ, ਹਜ਼ਾਰਾਂ ਹੀ ਲਿਖੀਆਂ ਹੋਈਆਂ। ਪਰ ਮਹਾਰਾਜ ਤੁਸੀਂ ਫਿਕਰ ਨਾ ਕਰੋ, ਮੈਨੂੰ ਸਾਰੀਆਂ ਹੀ ਆਉਂਦੀਆਂ ਨੇ। ਜਿਹੜਾ ਮਰਜ਼ੀ ਉਪਾਅ ਕਰਾ ਲਓ ਮੇਰੇ ਕੋਲੋਂ, ਜੋ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰ ਸਕਦਾ ਹਾਂ। ਲੱਖੋਂ ਪੜ੍ਹੇ ਸ਼ਲੋਕ ਵਿਚਾਰੇ। ਮਹਾਰਾਜ ਮੈਂ ਕੋਈ ਇੱਕ ਸ਼ਲੋਕ ਥੋੜ੍ਹੀ ਪੜ੍ਹਿਆ, ਲੱਖਾਂ ਸ਼ਲੋਕ ਮੈਂ ਪੜ੍ਹ ਚੁੱਕਾ ਆਪਣੀ ਜ਼ਿੰਦਗੀ ਵਿੱਚ। ਮੈਂ ਗਿਣੇ ਹੋਏ ਨੇ ਕਿਹੜੇ ਸ਼ਲੋਕ ਨੂੰ ਕਿੰਨੀ ਵਾਰੀ ਪੜ੍ਹਿਆ। ਕਿਸੇ ਸ਼ਲੋਕ ਦਾ ਮੈਂ 5 ਵਾਰੀ ਜਾਪ ਕੀਤਾ, ਕਿਸੇ ਦਾ 5000 ਵਾਰੀ ਜਾਪ ਕੀਤਾ, ਕਿਸੇ ਸ਼ਲੋਕ ਦਾ ਜਾਪ ਮੈਂ 1,00,000 ਵਾਰੀ ਜਾਂ 1,25,00,000 ਵਾਰੀ ਵੀ ਕੀਤਾ ਹੈ। ਮੰਤਰ ਸਿੱਧ ਕਰਨ ਵਾਲੇ ਇੱਕ ਇੱਕ ਮੰਤਰ ਨੂੰ 1,25,00,000 ਵਾਰੀ ਜਪ ਜਾਂਦੇ ਨੇ, ਪੜ੍ਹ ਜਾਂਦੇ ਨੇ। ਇਹ ਕਹਿ ਰਿਹਾ, ਕਹਿਣ ਲੱਗਾ ਜੀ ਮੈਂ ਇਹ ਮੰਤਰ ਜਿਹੜੇ ਨੇ ਲੱਖਾਂ ਵਾਰੀ ਪੜ੍ਹੇ ਨੇ, ਇੱਕ ਇੱਕ ਮੰਤਰ। ਜਿਹੜੇ ਗੁਰਮੁਖੋ ਮੂਲ ਮੰਤਰ ਕਰਨ ਦਾ, ਜਿਹੜੇ ਜਾਪ ਕਰਦੇ ਨਾ, ਮੂਲ ਮੰਤਰ ਦਾ ਜਾਪ ਕਰਦੇ, ਉਹ ਮੂਲ ਮੰਤਰ ਦਾ ਜਾਪ ਕਰਨ ਵਾਲੇ ਵੀ 33 ਮਾਲਾ ਰੋਜ਼ ਦੀਆਂ ਕਰਕੇ ਤੇ 1.25 ਮਹੀਨੇ ਦੇ ਵਿੱਚ ਉਹ ਇਸ ਤਰ੍ਹਾਂ ਜਾਪ ਕਰ ਜਾਂਦੇ। ਇੰਨੀ ਵੱਡੀ ਗਿਣਤੀ ਦਾ ਰੋ ਵਿਚਾਰ। ਇਹ ਕਹਿ ਰਿਹਾ, ਕਹਿਣ ਲੱਗਾ ਵੀ ਮਹਾਰਾਜ ਮੈਂ ਮੰਤਰ ਪੜ੍ਹੇ ਨੇ, ਇੱਕ ਵਾਰੀ ਨਹੀਂ, ਕਈ ਵਾਰੀ ਪੜ੍ਹ ਕੇ ਮੰਤਰ ਸਿੱਧ ਕੀਤੇ ਹਨ। ਅਗਨੀ ਆਦਿ ਦੇਵਤਾ ਜੇ। ਤੇ ਮਹਾਰਾਜ ਭਾਵੇਂ ਪਵਨ ਦੇਵ ਹੈ, ਭਾਵੇਂ ਬਸੰਤਰ ਦੇਵ ਹੈ। ਬਸੰਤਰ ਕਿਹਾ ਜਾਂਦਾ ਅਗਨੀ ਦੇਵਤੇ ਨੂੰ। ਮੈਂ ਅਗਨੀ ਦੇਵਤੇ ਨੂੰ ਵੀ ਮੰਤਰਾਂ ਦੇ ਨਾਲ ਵਸ ਕੀਤਾ ਹੋਇਆ। ਮੈਂ ਪਵਨ ਦੇਵ ਹਵਾ ਦੇ ਦੇਵਤੇ ਨੂੰ ਵਸ ਕੀਤਾ ਹੋਇਆ। ਮੈਂ ਜਿਹੜਾ ਪਾਣੀ ਦਾ ਦੇਵਤਾ ਹੈ ਨਾ, ਉਹਨੂੰ ਵੀ ਵਸ ਵਿੱਚ ਕੀਤਾ ਹੋਇਆ। ਮੈਂ ਸਾਰੇ ਮੰਤਰ ਪੜ੍ਹ ਪੜ੍ਹ ਕੇ ਦੇਵਤਿਆਂ ਦੇ ਰੱਖੇ ਹੋਏ ਨੇ। ਸਭ ਨੂੰ ਮੈਂ ਮੰਤਰ ਪੜ੍ਹ ਕੇ ਆਪਣੇ ਕੰਮ ਵਾਸਤੇ ਵਰਤ ਸਕਦਾ ਹਾਂ। ਪੜ੍ਹ ਕਰ ਵਿਦਤਾਵਨ ਕਰ ਸਈ। ਮਹਾਰਾਜ ਇਹ ਮੰਤਰ ਪੜ੍ਹ ਕੇ
ਮੈਂ ਪ੍ਰਗਟ ਕਰ ਸਕਦਾ। ਜੇ ਤੁਸੀਂ ਆਖੋ ਨਾ ਵੀ ਇੱਥੇ ਬਸੰਤਰ ਦੇਵਤਾ ਪ੍ਰਗਟ ਹੋਵੇ, ਮੈਂ ਮੰਤਰ ਪੜਾਂਗਾ ਪ੍ਰਗਟ ਹੋ ਜਾਏਗਾ, ਪਵਨ ਦੇਵ ਪ੍ਰਗਟ ਹੋਵੇਗਾ। ਮੈਂ ਸਾਰਿਆਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ, ਮੰਤਰ ਮੈਨੂੰ ਸਾਰੇ ਆਉਂਦੇ ਹਨ। ਆਪ ਕਰਤਾ ਦੁਰਲਭ ਜਗ ਹੋਏ। ਪਰ ਮਹਾਰਾਜ ਗੱਲ ਇਹ ਹੈ ਵੀ ਐਸੇ ਮੰਤਰ ਪੜਨ ਵਾਲਾ ਦੁਨੀਆ ਤੇ ਹੁਣ ਲੱਭਦਾ ਕੋਈ ਨਹੀਂ। ਕਹਿਣ ਤੋਂ ਭਾਵ ਇਹ ਹੈ ਵੀ ਮੈਂ ਹੀ ਹਾਂ ਤੁਹਾਡਾ ਇਹ ਕੰਮ ਕਰਨ ਵਾਲਾ, ਮੇਰੇ ਬਿਨਾਂ ਤੁਹਾਨੂੰ ਕੋਈ ਦੂਜਾ ਲੱਭਣਾ ਨਹੀਂ। ਮਹਾਰਾਜ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਵਿਦਿਆ ਦਾ ਮੁੱਲ ਕੋਈ ਨਹੀਂ ਪਾਉਂਦਾ। ਇਸ ਕਰਕੇ ਨਾ ਕੋਈ ਇੰਨੀ ਵਿਦਿਆ ਪੜ੍ਹਦਾ, ਨਾ ਕੋਈ ਇੰਨੇ ਮੰਤਰਾਂ ਨੂੰ ਕਮਾਉਂਦਾ, ਨਾ ਹੀ ਸਾਨੂੰ ਦੁਨੀਆ ਵਿੱਚ ਕੋਈ ਬੰਦਾ ਲੱਭਦਾ ਜਿਹੜਾ ਬੰਦਾ ਇਹ ਗੱਲ ਕਵੇ ਵੀ ਮੰਤਰ ਤੂੰ ਪੜ੍ਹ ਤੇ ਖਰਚਾ ਮੈਂ ਕਰਾਂਗਾ। ਮਹਾਰਾਜ ਇਹੋ ਜਿਹਾ ਵੀ ਕੋਈ ਨਹੀਂ ਜੇ ਲੱਭਦਾ। ਇਹ ਤੇ ਇੱਕ ਤੁਸੀਂ ਗੱਲ ਕੀਤੀ ਹੈ ਵੀ ਪੰਡਤ ਦੀ ਫਿਕਰ ਨਾ ਕਰੋ, ਤੁਸੀਂ ਸਮੱਗਰੀ ਲਿਖਾਓ ਤੇ ਅਸੀਂ ਲਿਆ ਕੇ ਦਿੰਦੇ ਹਾਂ। ਤੁਸੀਂ ਗੱਲ ਆਖੀ ਹੈ, ਨਹੀਂ ਤੇ ਵੱਡੇ ਵੱਡੇ ਹੱਥ ਖੜੇ ਕਰ ਜਾਂਦੇ ਵੀ ਸਾਡੇ ਕੋਲੋਂ ਇੰਨਾ ਖਰਚਾ ਨਹੀਂ ਹੁੰਦਾ। ਮਹਾਰਾਜ ਨਾ ਕਿਸੇ ਨੇ ਇਹੋ ਜਿਹਾ ਜੱਗ ਕੀਤਾ, ਨਾ ਕਿਸੇ ਨੇ ਕਰਵਾਇਆ, ਤੇ ਨਾ ਕੋਈ ਕਰਨ ਵਾਲਾ ਹੈ। ਲੱਭਣਾ ਬੜਾ ਔਖਾ ਹੈ। ਜਾਂ ਤੇ ਮੰਤਰ ਫੁਰਤ ਨਾ ਕੋਇਓ। ਇਸ ਕਰਕੇ ਮਹਾਰਾਜ ਉਹ ਮੰਤਰ ਚੱਲਦੇ ਨਹੀਂ। ਕਾਰਨ ਇਹ ਆ ਵੀ ਪਹਿਲੀ ਗੱਲ ਤੇ ਮੰਤਰ ਪੜਾਉਣ ਵਾਲਾ, ਜਿਹਨੇ ਜੱਗ ਕਰਾਉਣਾ, ਇਹੋ ਜਿਹਾ ਬੰਦਾ ਨਹੀਂ ਲੱਭਦਾ। ਜੇ ਬੰਦਾ ਲੱਭ ਜਾਵੇ ਤੇ ਜਿਹਨੇ ਮੰਤਰ ਪੜ੍ਹਨੇ ਨੇ ਫਿਰ ਮਹਾਰਾਜ ਉਹ ਨਹੀਂ ਲੱਭਦਾ। ਇਹੋ ਜਿਹਨੇ ਮੰਤਰ ਸਿੱਧ ਕੀਤੇ ਨੇ, ਮੰਤਰਾਂ ਦੀਆਂ ਮਰਿਆਦਾ ਸਿੱਧ ਕੀਤੀਆਂ ਨੇ, ਇਹੋ ਜਿਹਾ ਵਿਅਕਤੀ ਲੱਭਣਾ ਬੜਾ ਔਖਾ ਹੈ। ਆਪ ਜਗ ਮਾਤ ਕਿਰਪਾ ਜੇ ਕਰ। ਪਰ ਹੁਣ ਜਿਹੜੀ ਜਗਤ ਦੀ ਮਾਤਾ ਹੈ ਨਾ, ਦੁਰਗਾ ਦੇਵੀ, ਗੁਰਮੁਖੋ ਇਹ ਪੰਡਤ ਉਹਦਾ ਉਪਾਸਕ ਹੈ। ਦੁਰਗਾ ਦੇਵੀ, ਜਵਾਲਾ ਦੇਵੀ ਦਾ ਇਹ ਹੁਣ ਉਹਦੀ ਉਪਮਾ ਕਰਦਾ। ਕਹਿਣ ਲੱਗਾ ਵੀ ਹੁਣ ਜਿਹੜੀ ਜਿਹਨੂੰ ਮੈਂ ਮਾਂ ਕਹਿੰਦਾ, ਜਗਦੰਬਾ ਜਾਂ ਜਵਾਲਾ ਮੁਖੀ ਜਾਂ ਦੁਰਗਾ, ਜੇ ਹੁਣ ਉਹ ਇਸ ਵੇਲੇ ਕਿਰਪਾ ਕਰ ਦੇਵੇ ਤੁਮ ਸਰੀਰ ਤੇ ਪੂਰੀ ਪਰ। ਮਹਾਰਾਜ ਤੁਹਾਡੇ ਸਰੀਰ ਕਰਕੇ ਇਹ ਕੰਮ ਪੂਰਾ ਹੋ ਸਕਦਾ, ਕਿਉਂਕਿ ਐਸੀ ਦੇਵੀ ਸਤਯੁਗ ਵਿੱਚ ਨਹੀਂ ਕੋਈ ਪ੍ਰਗਟ ਕਰ ਸਕਿਆ, ਤ੍ਰੇਤੇ ਤੇ ਦੁਆਪਰ ਵਿੱਚ ਨਹੀਂ ਕੋਈ ਪ੍ਰਗਟ ਕਰ ਸਕਿਆ। ਮੈਂ ਕਲਯੁਗ ਦੇ ਵਿੱਚ ਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤੁਹਾਡੇ ਵਰਗਾ ਸਮਰੱਥ ਕੋਈ ਨਹੀਂ ਖਰਚਾ ਕਰਨ ਵਾਲਾ। ਤੁਸੀਂ ਹੋ ਐਸੇ ਸਮਰੱਥ ਜਿਹੜੇ ਇੰਨਾ ਖਰਚਾ ਕਰਨ ਵਾਸਤੇ ਤਿਆਰ ਹੋ। ਸਿੱਧ ਹੋਏ ਸੰਕਲਪ ਤੁਮਾਰਾ। ਮਹਾਰਾਜ ਇਹ ਤੁਹਾਡਾ ਸੰਕਲਪ ਪੂਰਾ ਹੋਵੇਗਾ। ਜਿਹੜਾ ਤੁਸੀਂ ਸੰਕਲਪ ਬਣਾ ਰਿਹਾ ਨਾ ਵੀ ਜਵਾਲਾ ਦੇਵੀ, ਦੁਰਗਾ ਦੇਵੀ ਪ੍ਰਗਟ ਹੋਏ, ਮੈਨੂੰ ਲੱਗਦਾ ਵੀ ਮੈਂ ਮੰਤਰ ਪੜ੍ਹ ਕੇ ਤੁਹਾਡਾ ਇਹ ਕੰਮ ਕਰ ਸਕਦਾ ਹਾਂ। ਇਹ ਗਿਆਨੀ ਕੋ ਲੱਛਣ ਸਾਰਾ। ਕਿਉਂਕਿ ਇਹ ਗਿਆਨੀ ਦੇ ਲੱਛਣ ਹੁੰਦੇ ਨੇ। ਤੇ ਮਹਾਰਾਜ ਮੈਂ ਆ ਬਹੁਤ ਵੱਡਾ ਗਿਆਨੀ, ਮੇਰੇ ਗਿਆਨ ਤੇ ਤੁਹਾਨੂੰ ਸ਼ੱਕ ਕੋਈ ਨਹੀਂ ਹੈ, ਤੁਸੀਂ ਤਾਂ ਹੀ ਮੈਨੂੰ ਬੁਲਾਇਆ। ਇਹ ਕੰਮ ਜਿਹੜਾ ਤੁਸੀਂ ਕਹਿੰਦੇ ਪਏ, ਇਹ ਮਹਾਰਾਜ ਮੈਂ ਕਰਵਾ ਸਕਦਾ ਹਾਂ। ਸਤਿਗੁਰ ਕਹਿਓ ਮਿਸਰ ਜੂ ਐਸੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਨਾ ਬਚਨ, ਤੇ ਮਹਾਰਾਜ ਹੋਰ ਇਹਨੂੰ ਥੋੜਾ ਜਿਹਾ ਤੜਾਉਣ ਲੱਗੇ ਨੇ, ਹੋਰ ਥੋੜਾ ਜਿਹਾ ਇਹਨੂੰ ਉੱਪਰ ਨੂੰ ਚੁੱਕਣ ਲੱਗੇ। ਕਹਿਣ ਲੱਗੇ ਬ੍ਰਾਹਮਣ ਜੀ, ਜਿਹੜੀਆਂ ਗੱਲਾਂ ਤੁਸੀਂ ਆਖੀਆਂ ਹਨ ਹੋਏ ਹੈ ਸੱਚ ਅਵਭਾਖਤ ਜੈਸੇ। ਜਿਵੇਂ ਜਿਵੇਂ ਤੁਸੀਂ ਆਖਿਆ ਨਾ ਬਿਲਕੁਲ ਇਸੇ ਤਰ੍ਹਾਂ ਹੋਵੇਗਾ। ਸਾਨੂੰ ਬੜਾ ਯਕੀਨ ਹੈ, ਭਾਵੇਂ ਕਿ ਅਸੀਂ ਸਮੱਗਰੀ ਲਿਆ ਕੇ ਦੇਣੀ ਹੈ, ਮੰਤਰ ਤੇ ਤੂੰ ਹੀ ਪੜ੍ਹਦੇ ਨੇ, ਪਰ ਸਾਨੂੰ ਇੰਨਾ ਯਕੀਨ ਹੈ ਤੇਰਾ ਕੰਮ ਕੀਤਾ ਮੁਕੰਮਲ ਹੋਵੇਗਾ। ਤੂੰ ਇਹ ਮੰਤਰ ਪੜ੍ਹ ਸਕਦਾ, ਤੂੰ ਦੇਵੀ ਪ੍ਰਗਟ ਕਰ ਸਕਦਾ, ਸਾਨੂੰ ਬਿਲਕੁਲ ਤੇਰੇ ਤੇ ਭਰੋਸਾ ਹੈ। ਸਮਾਂ ਸਮਾਜ ਮਿਲਿਓ ਸਭ ਆਈ। ਮਹਾਰਾਜ ਇਸ ਵੇਲੇ ਸਤਿਗੁਰੂ ਕਹਿਣ ਲੱਗੇ ਵੀ ਇੱਕ ਤੇ ਸਮਾਜ ਮਿਲ ਗਿਆ। ਸਮਾਜ ਤੋਂ ਭਾਵ ਹੁੰਦਾ ਵੀ ਇਸ ਵੇਲੇ ਆਪਣੇ ਕੋਲ ਪੈਸਾ ਹੈ, ਆਪਾਂ ਸਮੱਗਰੀ ਲਿਆ ਸਕਦੇ ਹਾਂ ਜੱਗ ਵਾਸਤੇ। ਦੂਜੀ ਗੱਲ ਇਹ ਵੀ ਜਦੋਂ ਜੱਗ ਹੋਣਾ ਹੁੰਦਾ ਉਹ ਸਮਾਂ ਵੀ ਬਣ ਗਿਆ। ਇਹ ਇਸ ਵੇਲੇ ਸਮੇਂ ਦੀ ਲੋੜ ਹੈ ਵੀ ਜੱਗ ਹੋਣਾ ਚਾਹੀਦਾ। ਤੇ ਤੀਜੀ ਗੱਲ ਇਹ ਵੀ ਤੂੰ ਵੀ ਸਾਨੂੰ ਮਿਲ ਗਿਆ। ਤੇਰੇ ਵਰਗਾ ਪੰਡਤ ਵਿਦਵਾਨ ਕਿਹਨੂੰ ਮਿਲ ਸਕਦਾ, ਮਿਲ ਗਿਆ ਤੇਰੇ ਵਰਗਾ ਮਹਾਨ ਪੰਡਤ, ਸਾਨੂੰ ਤੇ ਕੰਮ ਬਣ ਜਾਣਾ। ਤੇ ਚੌਥੀ ਗੱਲ ਇਹ ਆ ਵੀ ਚੌਥਾ ਤੈਨੂੰ ਅਸੀਂ ਮਿਲ ਗਏ, ਖਰਚਾ ਸਾਰਾ ਅਸੀਂ ਕਰ ਦੇਣਾ। ਲੱਗਦਾ ਵੀ ਹੁਣ ਇਹ ਕੰਮ ਮੁਕੰਮਲ ਹੋ ਜਾਏਗਾ। ਮਹਾਰਾਜ ਆਖਦੇ ਹਨ ਕਿਉਂ ਨਾ ਕਾਜ ਪੂਰਨ ਹੋ ਜਾਏ। ਇਸ ਵੇਲੇ ਕੰਮ ਕਿਉਂ ਨਹੀਂ ਪੂਰਾ ਹੋਵੇਗਾ? ਬਿਲਕੁਲ ਜ਼ਰੂਰ ਬਰ ਜ਼ਰੂਰ ਪੂਰਾ ਹੋਣਾ ਹੈ। ਹੁਕਮ ਪਾਏ ਦਿਜ ਵਰ ਨਿਜ ਡੇਰੇ। ਇਹ ਸਾਰੀ ਸਮੱਗਰੀ ਲਿਖਾ ਕੇ ਤੇ ਫਿਰ ਕੇਸੋ ਦਾਸ ਨੇ ਟੇਕਿਆ ਮੱਥਾ। ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਫਿਰ ਆਗਿਆ ਦਿਓ, ਮੈਂ ਜਾਵਾਂ ਆਪਣੇ ਡੇਰੇ ਜਾ ਕੇ ਤੇ ਮੈਂ ਫਿਰ ਆਪਣੀ ਤਿਆਰੀ ਵਿਆਰੀ ਕਰਾਂ, ਜੋ ਮੈਨੂੰ ਚਾਹੀਦਾ, ਜੋ ਮੇਰੇ ਤੋਂ ਗੱਲਬਾਤ ਬਣਨੀ ਹੈ, ਮੈਂ ਜਾ ਕੇ ਆਪਣੀ ਤਿਆਰੀ ਕਰਨੀ ਕਰਾਂ। ਗਮਨਿਓ ਚਿਤਵਤ ਚਿਤ ਬਹੁ ਤੇਰੇ। ਕਹਿਣ ਲੱਗੇ ਵੀ ਸਤਿਗੁਰਾਂ ਨੇ ਆਖਿਆ ਵੀ ਜਾ ਭਾਈ ਬ੍ਰਾਹਮਣ ਤਿਆਰੀ ਕਰ। ਤੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਜਦੋਂ ਚੱਲਿਆ ਨਾ ਆਪਣੇ ਟਿਕਾਣੇ ਤੇ ਰਹਿਣ ਵਾਸਤੇ, ਤੇ ਰਸਤੇ ਵਿੱਚ ਸੋਚਦਾ ਜਾਂਦਾ ਹੈ
ਗਿਣਤੀਆਂ ਗਿਣਦਾ ਜਾਂਦਾ, ਵਿਚਾਰਾਂ ਕਰਦਾ ਜਾਂਦਾ ਹੈ ਕਿ ਸੋ ਦਾਸ ਬ੍ਰਾਹਮਣ ਇਸ ਤਰ੍ਹਾਂ ਸੋਚਦਾ ਹੈ। ਮਹਾਰਾਜ ਨਰ ਮੁਖੈ ਬੁਲਾਏ। ਮਹਾਰਾਜ ਸਾਹਿਬ ਜੀ ਇਹ ਕੰਮ ਕਰ ਦੇਣਗੇ। ਜੇ ਮਹਾਰਾਜ ਨੇ ਕੰਮ ਕਰ ਦਿੱਤਾ ਤੇ ਮੈਨੂੰ ਬੜੀ ਮੋਟੀ ਕਮਾਈ ਹੋਵੇਗੀ। ਇਹ ਆਪਣੀ ਗਿਣਤੀ ਮਾਰਦਾ ਜਾਂਦਾ ਹੈ, ਮੈਂ ਇੰਨੇ ਪੈਸੇ ਕਮਾਵਾਂਗਾ, ਉਹਨਾਂ ਪੈਸਿਆਂ ਦਾ ਮੈਂ ਇਹ ਕੁਝ ਜਾ ਕੇ ਲਵਾਂਗਾ, ਬਣਾਵਾਂਗਾ, ਕਰਾਂਗਾ। ਸਤਿਗੁਰੂ ਕਰ ਦੇਣਗੇ। ਇਹ ਤੇ ਚਲਾ ਗਿਆ ਸੋਚਦਾ ਆਪਣੇ ਥਾਂ ਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਮੁਖੀ ਸਿੱਖਾਂ ਨੂੰ ਬੁਲਾ ਲਿਆ। ਜਿਹੜੇ ਮੁੱਖ ਸਿੱਖ ਸਨ ਮਹਾਰਾਜ ਦੇ ਕਾਰ ਦਰਬਾਰ ਥਾਮਣ ਵਾਲੇ, ਸਾਰਿਆਂ ਨੂੰ ਮਹਾਰਾਜ ਨੇ ਕੋਲ ਬੁਲਾਇਆ ਹੈ। ਲਿਆਵਨ ਹੇਤ ਸੌਜ ਸਮੁਦਾਇ। ਉਹ ਜਿਹੜਾ ਕਾਗਜ਼ ਲਿਖਿਆ ਸੀ ਨਾ ਗੁਰਮੁਖੋ ਸਮੱਗਰੀ ਦਾ, ਵੀ ਇੰਨੇ ਛੁਹਾਰੇ ਚਾਹੀਦੇ, ਗਿਰੀਆਂ ਚਾਹੀਦੀਆਂ, ਘਿਓ ਚਾਹੀਦਾ, ਮਿਸ਼ਟਾਨ ਚਾਹੀਦਾ, ਮਹਾਰਾਜ ਨੇ ਮੁਨਸ਼ੀ ਨੂੰ ਆਖਿਆ ਵੀ ਇਹ ਕਾਗਜ਼ ਦੀਆਂ ਕਈ ਕਾਪੀਆਂ ਕਰ ਦੇ। ਤੇ ਜਿੰਨੇ ਮੁਖੀ ਸਿੱਖ ਆਏ ਸਾਰਿਆਂ ਨੂੰ ਇੱਕ ਕਾਗਜ਼ ਫੜਾਇਆ। ਕਹਿਣ ਲੱਗੇ ਵੀ ਆਹ ਕਾਗਜ਼ ਤੇ ਸਮੱਗਰੀ ਲਿਖੀ ਹੈ। ਜਿੱਥੋਂ ਇਹ ਸਮੱਗਰੀ ਮਿਲਦੀ ਹੈ, ਜਿਹੜੇ ਸ਼ਹਿਰ ਵਿੱਚੋਂ ਵਸਤੂਆਂ ਮਿਲਦੀਆਂ, ਭਾਵੇਂ ਉਹ ਸ਼ਹਿਰ ਦੂਰ ਹੋਵੇ ਤੇ ਭਾਵੇਂ ਨੇੜੇ ਹੋਵੇ, ਉੱਥੋਂ ਲੱਭ ਕੇ ਇਕੱਠੀ ਕਰਕੇ ਲਿਆਉਣਾ ਕਰੋ। ਧਨ ਕੀ ਹੁੰਡੀ ਨਗਰਨ ਮਹੀਆ। ਤੇ ਸਤਿਗੁਰੂ ਪਾਤਸ਼ਾਹ ਨੇ ਧਨ ਦੀ ਹੁੰਡੀ ਕਰ ਦਿੱਤੀ। ਜਿਵੇਂ ਅੱਜ ਆਪਾਂ ਬੈਂਕ ਦੇ ਵਿੱਚ ਆਪਣਾ ਖਾਤਾ ਚੱਲਦਾ ਤੇ ਆਪਾਂ ਕਿਤੇ ਵੀ ਚਲੇ ਜਾਈਏ ਤੇ ਪੈਸਾ ਕਢਾ ਸਕਦੇ ਹਾਂ, ਜਾਂ ਆਪਾਂ ਚੈੱਕ ਦੇ ਸਕਦੇ ਹਾਂ। ਪੈਸੇ ਨਾਲ ਲਿਜਾਣ ਦੀ ਲੋੜ ਨਹੀਂ, ਬਸ ਕਾਗਜ਼ ਦੇ ਟੁਕੜੇ ਨੇ ਕੰਮ ਕਰ ਦੇਣਾ। ਉਹਨਾਂ ਸਮਿਆਂ ਵਿੱਚ ਹੁੰਡੀ ਹੁੰਦੀ ਹੈ। ਮਹਾਰਾਜ ਨੇ ਸਾਰਿਆਂ ਦੇ ਨਾਮ ਦੀ ਹੁੰਡੀ ਕਰ ਦਿੱਤੀ ਵੀ ਜਿਹਨੂੰ ਜਿੰਨੇ ਪੈਸੇ ਚਾਹੀਦੇ ਉਹ ਜਿੱਥੇ ਵੀ ਦੁਕਾਨ ਤੇ ਜਾਵੇ, ਪੈਸੇ ਇਸ ਤਰ੍ਹਾਂ ਦੇ ਕੇ ਤੇ ਸਮੱਗਰੀ ਲੈ ਆਉਣਾ ਕਰੇ। ਤਤਸ਼ਨ ਦੇ ਕਰ ਪਠ ਜਹ ਕਹੀਆ। ਤੇ ਸਤਿਗੁਰਾਂ ਨੇ ਸਾਰਿਆਂ ਨੂੰ ਭੇਜ ਦਿੱਤਾ, ਕਿਉਂਕਿ ਪਤਾ ਸੀ ਵੀ ਆਹ ਸਮੱਗਰੀ ਫਲਾਣੇ ਸ਼ਹਿਰ ਵਿੱਚੋਂ ਮਿਲੇਗੀ। ਪੰਡਤ ਨੇ ਆਪੇ ਹੀ ਦੱਸ ਦਿੱਤਾ ਵੀ ਮਹਾਰਾਜ ਆਹ ਕੁਝ ਲਾਹੌਰ ਵਿੱਚੋਂ ਮਿਲੇਗਾ, ਆਹ ਕੁਝ ਸਰਹੰਦ ਵਿੱਚੋਂ ਮਿਲੇਗਾ, ਆਹ ਸਮੱਗਰੀ ਦਿੱਲੀ ਵਿੱਚੋਂ ਮਿਲੇਗੀ, ਆਹ ਤੁਹਾਨੂੰ ਕਾਸ਼ੀ ਵਿੱਚੋਂ ਮਿਲੇਗੀ। ਜਿਵੇਂ ਉਹਨੇ ਦੱਸਿਆ ਮਹਾਰਾਜ ਨੇ ਉੱਥੇ ਸਿੱਖ ਭੇਜੇ ਹਨ। ਪੂਰਨ ਪਠੇ ਸਕਟ ਭਰ ਲਿਆਇਓ। ਜਦੋਂ ਸਿੱਖ ਗਏ ਨਾ ਵੱਖਰੇ ਸ਼ਹਿਰਾਂ ਵਿੱਚ, ਸਮੱਗਰੀ ਇੰਨੀ ਜ਼ਿਆਦੀ ਹੋ ਗਈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੱਡੇ ਹੀ ਭਰ ਗਿਆ ਸਮੱਗਰੀ ਦੇ ਨਾਲ। ਗੱਡੇ ਭਰ ਕੇ, ਗੱਡਿਆਂ ਦੀ ਪੂਰੀ ਚੋਟੀ ਲੱਗੀ ਹੋਈ ਹੈ। ਕਿਸੇ 'ਚ ਬਦਾਮ ਲੱਦੇ ਆਉਂਦੇ ਪਏ, ਕਿਸੇ ਵਿੱਚ ਛੁਹਾਰੇ ਲੱਦੇ ਆਉਂਦੇ ਪਏ, ਕਿਸੇ ਵਿੱਚ ਗੁਲਾਬ ਜਲ ਲੱਦਿਆ ਹੋਇਆ, ਕਿਸੇ ਵਿੱਚ ਚੰਦਨ ਦੀ ਲੱਕੜ ਆਉਂਦੀ ਪਈ ਹੈ, ਕਿਧਰੇ ਕਪੂਰ ਆਉਂਦਾ ਪਿਆ, ਕਿਧਰੇ ਘਿਓ ਆਉਂਦਾ ਪਿਆ। ਗੱਡਿਆਂ ਦੇ ਗੱਡੇ, ਲੈਣ ਹੀ ਤੁਰੀ ਆਉਂਦੀ ਹੈ। ਬਹੁਤ ਜ਼ਿਆਦਾ ਵੱਡਾ ਕਾਫਲਾ, ਜਿਵੇਂ ਸੜਕ ਤੇ ਮਿਲਟਰੀ ਚੱਲਦੀ ਹੈ ਨਾ, ਟਰੱਕ ਉਹਨਾਂ ਦੇ ਲਾਈਨ ਵਿੱਚ ਚੱਲਦੇ, ਇਸ ਤਰ੍ਹਾਂ ਗੱਡੇ ਭਰ ਕੇ ਲੈਣ ਹੀ ਪੂਰੀ ਤੁਰੀ ਆਉਂਦੀ ਹੈ। ਭਰ ਕੇ ਗੱਡੇ ਸਮੱਗਰੀ ਦੇ ਆ ਗਏ ਹਨ। ਮੇਵਾ ਘ੍ਰਿਤ ਆਦਿਕ ਸਮੁਦਾਇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਵਿਆਂ ਦੇ ਕਈ ਗੱਡੇ ਤੇ ਘਿਓ ਦੇ ਕਈ ਗੱਡੇ ਜਿਹੜੇ ਸਨ, ਉਹਨਾਂ ਦੀ ਗਿਣਤੀ ਕਰਨੀ ਮੁਸ਼ਕਲ, ਇੰਨੀ ਸਮੱਗਰੀ ਪਹੁੰਚੀ ਹੈ। ਚਤੁਰ ਬਨਜ ਮਹਿ ਗਮਨੇ ਸੋਈ। ਸੋ ਕਹਿਣ ਲੱਗੇ ਵੀ ਇਹ ਜਿਹੜੇ ਵਿਹਾਰ ਦੇ ਵਿੱਚ ਸਿਆਣੇ ਸਿੱਖ ਸਨ, ਮਹਾਰਾਜ ਨੇ ਜਿਹੜੇ ਵੀ ਭਾ ਕਰ ਲੈਣ, ਰੀਟ ਕਰ ਲੈਣ, ਗੱਲਬਾਤ ਕਰਨੀ ਜਾਣਦੇ, ਹੁਣ ਐਸੇ ਸਿਆਣੇ ਸਿੱਖ ਮਹਾਰਾਜ ਨੇ ਸਮਾਨ ਲੈਣ ਵਾਸਤੇ ਭੇਜੇ ਹਨ। ਕਰੇ ਖਰੀਦਣ ਜਹ ਹੋਈ। ਜਿੱਥੇ ਵਸਤੂ ਸੀ, ਕਈਆਂ ਨੂੰ ਲਾਹੌਰ ਵਿੱਚੋਂ ਮਿਲ ਗਈਆਂ, ਕੋਈ ਕਾਸ਼ੀ ਚਲੇ ਗਿਆ, ਕੋਈ ਦਿੱਲੀ ਚਲੇ ਗਿਆ। ਤੇ ਸਰਹੰਦ ਵੀ ਬਹੁਤ ਵੱਡਾ ਸ਼ਹਿਰ ਉਹਨਾਂ ਸਮਿਆਂ ਵਿੱਚ ਵਸਦਾ, ਕਈ ਇੱਥੇ ਚਲੇ ਗਿਆ। ਜਿੱਥੋਂ ਕਿਸੇ ਨੂੰ ਸਮਾਨ ਮਿਲਿਆ, ਗੱਡੇ ਭਰ ਕੇ ਸਾਰੀ ਸਮੱਗਰੀ ਦੇ ਲੈ ਆਉਂਦੇ ਹਨ। ਸੰਚੈ ਸਕਲ ਵਸਤ ਕੋ ਆਏ। ਤੇ ਸਾਰੀਆਂ ਵਸਤੂਆਂ ਜਿਹੜੀਆਂ ਨੇ ਉਸ ਵੇਲੇ ਇਕੱਠੀਆਂ ਕਰ ਲਈਆਂ। ਕਾਗਜ਼ ਦੇ ਮੁਤਾਬਕ ਇੱਕ ਸਿੱਖ ਦੀ ਡਿਊਟੀ ਲਾਈ ਮਹਾਰਾਜ ਨੇ ਵੀ ਆਹ ਕਾਗਜ਼ ਤੇ ਜੋ ਲਿਖਿਆ ਸਿੱਖਾ ਗਿਣਤੀ ਕਰ, ਵੀ ਉਹਨਾਂ ਸਮਾਨ ਆ ਗਿਆ। ਕੱਲੇ ਗੱਡੇ ਵਿੱਚੋਂ ਸਮਾਨ ਉਤਾਰ ਕੇ ਉਹਦੀ ਗਿਣਤੀ ਕੀਤੀ ਗਈ। ਹਾਂ ਮਹਾਰਾਜ, ਇੰਨੇ ਬਦਾਮ ਆ ਗਏ, ਇੰਨੇ ਛੁਹਾਰੇ ਆ ਗਏ, ਇੰਨਾ ਘਿਓ ਆ ਗਿਆ, ਇੰਨਾ ਮੇਵਾ ਆ ਗਿਆ। ਜਿਹੜਾ ਤਸੱਲੀ ਕਰਨ ਵਾਲਾ ਮੁਨਸ਼ੀ ਹੈ, ਲਿਖਤ ਪੜਤ ਕਰਨ ਵਾਲਾ, ਉਹਨੇ ਸਾਰੀ ਸਮੱਗਰੀ ਜਿਹੜੀ ਉਸ ਵੇਲੇ ਗਿਣ ਲਈ ਹੈ। ਨਗਰ ਸਮੂਹਨ ਮਹਿ ਫਿਰ ਲਿਆਏ। ਕਿਉਂਕਿ ਗੁਰੂ ਕੇ ਸਿੱਖ ਕਈ ਨਗਰਾਂ ਵਿੱਚ ਜਾ ਕੇ ਤੇ ਸਭ ਕੁਝ ਲੈ ਕੇ ਆਏ ਹਨ। ਦੋਹਰਾ ਕੇਸਰ ਏਲਾ ਜ਼ੁਗਮ ਬਿਦ ਖਾਰਕ ਦਾਖਨ ਬ੍ਰਿੰਦ। ਕੀ ਲੈ ਕੇ ਆਏ ਨੇ? ਇੱਕ ਤੇ ਕੇਸਰ ਲੈ ਕੇ ਆਏ ਨੇ। ਕੇਸਰ ਦੀ ਜ਼ਰੂਰਤ ਹੈ, ਕੇਸਰ ਦੇ ਟਿੱਕੇ ਲੱਗਣੇ। ਕੇਸਰ ਠੰਡਾ ਹੈ, ਖਾਣ ਵਾਸਤੇ, ਪੀਣ ਵਾਸਤੇ। ਏਲਾ ਤੋਂ ਭਾਵ ਹੁੰਦਾ ਗੁਰਮੁਖੋ ਦੋ ਤਰ੍ਹਾਂ ਦੀ ਇਲਾਚੀ, ਜਿਹੜੀ ਛੋਟੀ ਇਲਾਚੀ ਹਰੇ ਵਾਲੀ ਉਹ ਵੀ ਬੋਰੀਆਂ ਭਰ ਕੇ ਲਿਆਂਦੀ, ਵੱਡੀ ਇਲਾਚੀ ਕਾਲੇ ਵਾਲੀ ਉਹ ਵੀ ਭਰ ਕੇ। ਦੋ ਤਰ੍ਹਾਂ ਦੀਆਂ ਇਲਾਚੀਆਂ, ਲੌਂਗ ਇਲਾਚੀਆਂ ਵੀ ਇਸਨੇ ਮੰਗਾ ਲਏ, ਉਹ ਵੀ ਗੱਡਿਆਂ ਦੇ ਵਿੱਚ ਆ ਗਈਆਂ। ਕੇਸਰ ਵੀ ਆ ਗਿਆ। ਕਹਿਣ ਲੱਗੇ ਖਾਰਕ ਨਾਮ ਗੁਰਮੁਖੋ ਛੁਹਾਰਿਆਂ ਦਾ ਹੈ। ਕਹਿਣ ਲੱਗੇ ਵੀ ਛੁਹਾਰੇ ਜਿੰਨੇ ਲਿਖਾਏ ਸਨ ਉਹਦੇ ਮੁਤਾਬਕ ਇਹ ਵਸਤੂਆਂ ਪਹੁੰਚੀਆਂ ਹਨ। ਖੋਪਾ ਗਰੀਬ ਬਦਾਮ ਕੀ ਆਨੇ ਸਕਟ ਬੁਲੰਦ। ਇਸੇ ਤਰ੍ਹਾਂ ਦਾਖਣ ਤੋਂ ਭਾਵ ਦਾਖਾਂ ਇਹ ਵੀ ਲੈ ਆਂਦੀਆਂ। ਖੋਪਾ ਗਿਰੀ ਦਾ ਇਹ ਵੀ ਲਿਆਂਦਾ ਹੈ।
ਤੇ ਬਦਾਮ ਇਤਿਆਦ। ਕਹਿਣ ਲੱਗੇ ਵੀ ਗੱਡੇ ਭਰ ਭਰ ਕੇ ਗੁਰੂ ਕਿਆਂ ਸਿੱਖਾਂ ਨੇ ਲਿਆਂਦੇ, ਸਮਾਨ ਦੀ ਕੋਈ ਗਿਣਤੀ ਨਹੀਂ ਹੈ, ਇੰਨਾ ਬਹੁਤਾ ਸਮਾਨ ਉਸ ਵੇਲੇ ਇਸ ਬ੍ਰਾਹਮਣ ਨੇ ਮੰਗਵਾਇਆ ਹੈ। ਚੌਪਈ ਜਹ ਕਹਿ ਤੇ ਘ੍ਰਿਤ ਸੈਂਕਰ ਮਨੇ। ਕਹਿਣ ਲੱਗੇ ਜਿੱਥੋਂ ਕਿੱਥੋਂ ਵੀ ਘਿਓ ਸੈਂਕੜੇ ਮਨ। ਗੁਰਮੁਖੋ ਇੱਕ ਸ਼ਹਿਰ ਵਿੱਚੋਂ ਤੋਂ ਇੰਨਾ ਘਿਓ ਨਹੀਂ ਨਾ ਮਿਲ ਸਕਦਾ, ਨਾ ਇੱਕ ਇਲਾਕੇ ਵਿੱਚੋਂ ਮਿਲ ਸਕਦਾ। ਪਤਾ ਨਹੀਂ ਕਿੰਨੇ ਸ਼ਹਿਰਾਂ ਵਿੱਚ ਕਹਿ ਕੇ ਘਿਓ ਤਿਆਰ ਕਰਵਾਇਆ, ਪਿੰਡਾਂ ਵਿੱਚੋਂ ਇਕੱਠਾ ਕਰ ਕਰਕੇ। ਇੱਕ ਮਨ ਨਹੀਂ, ਸੈਂਕੜੇ ਮਨ, ਸੈਂਕੜਾ 100, ਕਈ 100 ਮਨ ਘਿਓ, ਗੱਡਿਆਂ ਦੇ ਗੱਡੇ ਹੀ ਭਰੇ ਹੋਏ ਘਿਓ ਦੇ, ਲੰਮੀ ਕਤਾਰ ਲੱਗੀ ਹੋਈ। ਕਈਆਂ ਸ਼ਹਿਰਾਂ ਵਿੱਚੋਂ, ਕਈਆਂ ਇਲਾਕਿਆਂ ਵਿੱਚੋਂ ਢੂੰਡ ਕੇ ਲੱਭ ਕੇ ਵੱਡੇ ਵੱਡੇ ਜਿਹੜੇ ਸੁਦਾਗਰ ਸਨ, ਸ਼ਾਹੂਕਾਰ ਸਨ, ਹੱਟਾਂ ਦੇ ਕੰਮ ਕਰਨ ਵਾਲੇ, ਪੂਰੇ ਪੂਰੇ ਸ਼ਹਿਰ ਦੀ ਸਮੱਗਰੀ ਰੱਖਣ ਵਾਲੇ, ਉਹਨਾਂ ਦੇ ਕੋਲੋਂ ਸੈਂਕੜੇ ਮਨ, ਕਈ 100 ਮਨ ਘਿਓ ਗੱਡਿਆਂ ਵਿੱਚ ਲੱਦ ਕੇ ਆਇਆ ਹੈ। ਤੇਲ ਜਵ ਤੰਦੁਲ ਲੈ ਕਰ ਘਨੇ। ਇਸੇ ਤਰ੍ਹਾਂ ਤਿਲ ਤੇ ਜੌਂ ਤੇ ਤੰਦੁਲ ਕਹੀਏ, ਚੌਲ, ਜਿੰਨੇ ਜਿੰਨੇ ਲਿਖਾਏ, ਘਣੇ ਕਹੀਏ, ਬਹੁਤੇ ਲੈ ਕੇ ਗੁਰੂ ਕੇ ਸਿੱਖ ਪਹੁੰਚੇ ਹਨ। ਸੰਚੈ ਭਇਓ ਆਨੰਦਪੁਰ ਆਏ। ਇਸ ਤਰ੍ਹਾਂ ਕਹਿਣ ਲੱਗੇ ਵੀ ਆਨੰਦਪੁਰ ਦੇ ਵਿੱਚ ਸਾਰੀ ਸਮੱਗਰੀ ਅੱਜ ਪਹੁੰਚ ਗਈ ਹੈ। ਸਿੱਖਾਂ ਨੇ ਨਾਲ ਨਾਲ ਸੁਨੇਹੇ ਭੇਜ ਦਿੱਤੇ ਨਾ, ਮਹਾਰਾਜ ਮੈਂ ਇੰਨੀ ਸਮੱਗਰੀ ਇਸ ਸ਼ਹਿਰ ਤੋਂ ਲੈ ਲਈ ਹੈ, ਮਹਾਰਾਜ ਮੈਂ ਇੰਨੀ ਸਮੱਗਰੀ ਇਸ ਸ਼ਹਿਰ ਤੋਂ ਲੈ ਲਈ ਹੈ। ਉਹ ਪਹਿਲਾਂ ਸੁਨੇਹੇ ਆ ਗਏ, ਅੱਜ ਸਾਰੀ ਸਮੱਗਰੀ ਗੱਡਿਆਂ ਵਿੱਚ ਲੱਦ ਕੇ ਪਹੁੰਚ ਗਈ ਹੈ। ਚਾਹੇ ਸੋ ਵਸਤੂ ਸਕਲ ਅਨਾਏ। ਤੇ ਜਿਹੜੀ ਜਿਹੜੀ ਵਸਤੂ ਚਾਹੀਦੀ ਹੈ ਉਹ ਮੰਗਾਈ ਗਈ ਹੈ। ਜਿਹੜੀਆਂ ਵਸਤੂਆਂ ਫਿਰ ਵੀ ਰਹਿ ਗਈਆਂ ਉਹ ਦੁਬਾਰਾ ਮਹਾਰਾਜ ਨੇ ਫਿਰ ਸਿੱਖਾਂ ਨੂੰ ਭੇਜਿਆ। ਸਤਿਗੁਰੂ ਚਾਹੁੰਦੇ ਨੇ ਵੀ ਉਹਨੂੰ ਮੌਕਾ ਨਾ ਮਿਲੇ, ਬਹਾਨਾ ਨਾ ਮਿਲੇ ਵੀ ਮਹਾਰਾਜ ਇਹਦੇ ਵਿੱਚ ਤੇ ਜੌਂ ਨਹੀਂ ਪਾਏ ਤੇ ਤਾਂ ਨਹੀਂ ਜੱਗ ਹੋਇਆ, ਇਹਦੇ ਵਿੱਚ ਲਾਚੀ ਨਹੀਂ ਪਾਈ ਤੇ ਤਾਂ ਨਹੀਂ ਹੋਇਆ। ਬਹਾਨਾ ਨਾ ਕੋਈ ਰਹਿਣ ਦਿੱਤਾ। ਜਿਹੜੀ ਸਮੱਗਰੀ ਨਹੀਂ ਆਈ ਦੁਬਾਰਾ ਫਿਰ ਭੇਜਿਆ, ਕਹਿਣ ਲੱਗੇ ਜਾਓ ਲੱਭ ਕੇ ਲੈ ਕੇ ਆਉਣਾ ਕਰੋ। ਸਰਵ ਸਮੱਗਰੀ ਹੋਏ ਸਤਿਆਰੀ। ਇਸ ਤਰ੍ਹਾਂ ਕਹਿਣ ਲੱਗੇ ਸਾਰੀ ਸਮੱਗਰੀ ਜਿੰਨੇ ਨਹੀਂ ਲਿਖਾਈ ਕਾਗਜ਼ ਦੇ ਉੱਪਰ ਕੇਸੋ ਦਾਸ ਬ੍ਰਾਹਮਣ ਨੇ, ਸਾਰੀ ਤਿਆਰ ਹੋ ਕੇ ਆ ਗਈ ਹੈ। ਲਿਓ ਬੇਪਰ ਕੋ ਨਿਕਟ ਹਕਾਰੀ। ਤੇ ਸਤਿਗੁਰਾਂ ਨੇ ਵੇਖਿਆ ਵੀ ਕਾਗਜ਼ ਦੇ ਮੁਤਾਬਕ ਸਾਰੀ ਸਮੱਗਰੀ ਆ ਗਈ ਹੈ। ਮਹਾਰਾਜ ਨੇ ਇੱਕ ਸਿੱਖ ਨੂੰ ਬੁਲਾਇਆ, ਕਹਿਣ ਲੱਗੇ ਵੀ ਜਾ ਹੁਣ ਉਸ ਬ੍ਰਾਹਮਣ ਨੂੰ ਆਵਾਜ਼ ਮਾਰ ਕੇ ਲਿਆ ਜਿਹਨੇ ਸਮੱਗਰੀ ਲਿਖਾਈ ਹੈ। ਇੱਕ ਸਿੱਖ ਨੂੰ ਭੇਜ ਕੇ, ਉਹ ਕੇਸੋ ਦਾਸ ਉਹ ਬ੍ਰਾਹਮਣ ਦਾ ਨਾਮ ਸੀ, ਉਹਨੂੰ ਕੋਲ ਬੁਲਾ ਲਿਆ ਹੈ। ਆਸ਼ਿਖ ਦੇ ਕਰ ਬੈਠੋ ਪਾਸੀ। ਜਦੋਂ ਇਹ ਆਇਆ ਬ੍ਰਾਹਮਣ ਤੇ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਕਹਿਣ ਲੱਗੇ ਵੀ ਇੱਥੇ ਕੋਲ ਹੀ ਬੈਠ ਜਾ, ਤੇਰੇ ਨਾਲ ਬਚਨ ਬਿਲਾਸ ਕਰਨੇ। ਮਹਾਰਾਜ ਨੇ ਆਪਣੇ ਕੋਲ ਬਿਠਾ ਲਿਆ ਹੈ। ਸ਼੍ਰੀ ਕਲਗੀਧਰ ਗਿਰਾ ਪ੍ਰਕਾਸ਼ੀ। ਜਦੋਂ ਪੰਡਤ ਜੀ ਕੋਲ ਬੈਠ ਗਿਆ ਤੇ ਫਿਰ ਮਹਾਰਾਜ ਬੋਲੇ ਆਪਣੇ ਮੁਖ ਤੋਂ, ਬਚਨ ਕਹਿਣ ਲੱਗੇ, ਇਸ ਨੂੰ ਕਹਿੰਦੇ ਹਨ ਦਿਸਵਰ ਸੁਨੋ ਸੋ ਆਇਸ ਦਈ। ਮਹਾਰਾਜ ਕਹਿਣ ਲੱਗੇ ਬ੍ਰਾਹਮਣ ਜੀ, ਜਿਹੜਾ ਤੁਸੀਂ ਸਾਨੂੰ ਕੰਮ ਕਿਹਾ ਸੀ, ਤਿਲ ਚੌਲ ਘਿਓ ਜੋ ਵੀ ਤੁਸੀਂ ਆਖਿਆ ਉਹ ਸਾਰਾ ਕੁਝ ਅਸੀਂ ਮੰਗਵਾਉਣਾ ਕੀਤਾ ਹੈ। ਸਕਲ ਵਾਸਤੇ ਇਕੱਠੀ ਹੋਏ ਗਈ। ਆ ਜਿਹੜੀ ਸਾਹਮਣੇ ਕਮਰੇ ਨੇ, ਸਾਰੇ ਕਮਰੇ ਤੇਰੀ ਸਮੱਗਰੀ ਦੇ ਭਰੇ ਨੇ। ਜਿਹੜਾ ਮਰਜ਼ੀ ਦਰਵਾਜ਼ਾ ਖੁਲਾ ਕੇ ਆਪਣੀ ਸਮੱਗਰੀ ਪਹਿਲਾਂ ਚੈੱਕ ਕਰ ਲਾ, ਵੇਖ ਲਾ ਚੰਗੀ ਤਰ੍ਹਾਂ, ਕਿਤੇ ਇਹਦੇ ਵਿੱਚ ਬਾਅਦ ਵਿੱਚ ਨਾ ਆਖੀ ਵੀ ਆਹ ਸਮੱਗਰੀ ਮਾੜੀ ਆ ਗਈ ਹੈ, ਆਹ ਚੰਗੀ ਨਹੀਂ ਆਈ ਹੈ, ਥੋੜ੍ਹੀ ਆਈ ਹੈ, ਬਹੁਤੀ ਆਈ ਹੈ। ਅਸੀਂ ਤੇਰੇ ਨਾਲ ਆਪਣੇ ਸਿੱਖ ਭੇਜ ਦਿੰਦੇ ਹਾਂ, ਸਮੱਗਰੀ ਜਾ ਕੇ ਆਪਣੀ ਨਿਗਾਹ ਦੇ ਵਿੱਚ ਇੱਕ ਵਾਰੀ ਵੇਖ ਲਾ ਵੀ ਸਾਰੀ ਪਹੁੰਚ ਗਈ ਹੈ। ਹਵਨ ਕਰਨ ਪਠ ਮੰਤਰਨ ਸੰਗ। ਤੇ ਇਸ ਕਰਕੇ ਹੁਣ ਤੂੰ ਇਹ ਕੰਮ ਕਰ ਵੀ ਹੁਣ ਹਵਨ ਕਰਨ ਦੀ ਤਿਆਰੀ ਕਰ। ਸਾਡੇ ਵੱਲੋਂ ਸਭ ਕੁਝ ਪ੍ਰਬੰਧ ਹੋ ਗਿਆ, ਹੁਣ ਤੇਰੀ ਕਚਿਆਈ ਹੈ, ਤੂੰ ਦੱਸ ਤੇ ਤੇਰੇ ਆਪਣੀ ਤੂੰ ਤਿਆਰੀ ਕਰਕੇ ਤੇ ਇਹ ਹਵਨ ਜਿਹੜਾ ਸ਼ੁਰੂ ਕਰਨਾ ਕਰੀਏ। ਤਿਤ ਸ਼ੁਭ ਪੇਖ ਤੁਮ ਕਰੋ ਅਭੰਗ। ਤੇ ਚੰਗੀ ਤਰੀਕ ਵੇਖ ਕੇ, ਕਿਉਂਕਿ ਗੁਰਮਤ ਦੇ ਵਿੱਚ ਗੁਰਮੁਖੋ ਤਰੀਕ ਵਾਰ ਸਮਾਂ ਜਿਹੜਾ ਹੈ ਨਾ, ਇਹਦੀ ਵਿਚਾਰ ਨਹੀਂ ਹੈ। ਪਰ ਹਿੰਦੂ ਮਤ ਦੇ ਵਿੱਚ ਸਮੇਂ ਦੀ ਵਿਚਾਰ ਕੀਤੀ ਜਾਂਦੀ ਹੈ, ਮਹੂਰਤ ਕੱਢਿਆ ਜਾਂਦਾ, ਸਮਾਂ ਕੱਢਿਆ ਜਾਂਦਾ ਤੇ ਉਹ ਸਮੇਂ ਦੇ ਮੁਤਾਬਕ ਉਹ ਕੰਮ ਕੀਤਾ ਜਾਂਦਾ, ਸਮੇਂ ਤੋਂ ਉਰੇ ਪਰੇ ਨਹੀਂ ਕੀਤਾ ਜਾਂਦਾ। ਉਸ ਨੂੰ ਕਿਹਾ ਜਾਂਦਾ ਮਹੂਰਤ ਕੱਢਣਾ, ਸਮਾਂ ਕੱਢਣਾ। ਉਹ ਪੰਡਤ ਹੀ ਕੱਢੇਗਾ, ਵੇਖ ਕੇ ਆਪਣੇ ਜੋਤਿਸ਼ ਵਾਲੇ ਗ੍ਰੰਥ ਵਿੱਚੋਂ ਜੰਤਰੀ ਵੇਖ ਕੇ। ਤੇ ਜਿਹੜਾ ਉਹਨੇ ਸਮਾਂ ਕੱਢ ਦਿੱਤਾ ਨਾ ਵੀ ਰਾਤ ਨੂੰ 12 ਵਜੇ ਫੇਰੇ ਹੋਣਗੇ, ਤੇ ਭਾਵੇਂ ਰਾਤ ਨੂੰ 12 ਵਜੇ ਸੁੱਤੇ ਹੋਣ, ਸਭ ਨੂੰ ਉੱਠ ਕੇ ਜਾਣਾ ਪਏਗਾ ਉੱਥੇ, ਫੇਰੇ ਹੋਣਗੇ ਹੀ ਹੋਣਗੇ ਵੀ ਇਸ ਵੇਲੇ ਲਾਵਾਂ ਹੋਣਗੀਆਂ। ਭਾਵੇਂ ਉਹ ਤੜਕੇ 4 ਵਜੇ ਦਾ ਟਾਈਮ ਦੇਵੇ, ਭਾਵੇਂ ਰਾਤ ਦਾ, ਜਿਹੜਾ ਟਾਈਮ ਕੱਢਿਆ ਉਹ ਟਾਈਮ ਤੇ ਪਹੁੰਚਣਾ ਪਵੇਗਾ। ਭਾਵੇਂ ਕੋਈ ਕਿੱਡਾ ਵੀ ਅਮੀਰ ਕਿਉਂ ਨਾ ਹੋਵੇ, ਉਹ ਸ਼ਾਹੀ ਦੇ ਉੱਪਰ ਪਹੁੰਚਣਾ ਹੀ ਪਵੇਗਾ।
ਪਰ ਜੇ ਸਤਿਗੁਰਾਂ ਨੇ ਸਾਨੂੰ ਖੁੱਲ੍ਹ ਦੇ ਦਿੱਤੀ ਹੈ ਨਾ ਵੀ ਸਮੇਂ ਦੀ, ਤੇ ਇਹ ਤਰੀਕ ਵਾਰ ਕੱਢਣ ਦੀ ਲੋੜ ਨਹੀਂ ਹੈ। ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ, ਏਕ ਓੰਕਾਰ। ਮਹਾਰਾਜ ਨੇ ਸਾਨੂੰ ਦਿੱਤੀ ਤੇ ਖੁੱਲ੍ਹ ਹੈ, ਯਾਦ ਕੀਤਾ ਇਹਨਾਂ ਗੱਲਾਂ ਤੋਂ। ਪਰ ਉਹਦਾ ਮਤਲਬ ਇਹ ਵੀ ਨਹੀਂ ਬਣਦਾ ਵੀ ਆਪਾਂ ਟਾਈਮ 9 ਵਜੇ ਦਾ ਕਹੀਏ ਵੀ ਅਸੀਂ ਆਨੰਦ ਕਾਰਜ ਕਰਾਉਣੇ ਤੇ ਪਹੁੰਚੀਏ ਆਪਾਂ ਸ਼ਾਮ ਨੂੰ 4 ਵਜੇ, ਇਹ ਵੀ ਗੱਲ ਨਹੀਂ ਬਣਦੀ ਹੈ। ਪਰ ਕਰਦੇ ਆਪਾਂ ਇੱਦਾਂ ਹੀ। ਜਾਂ ਸਾਡੇ ਵਿੱਚ ਇਹ ਗੱਲ ਬਹੁਤੇ ਕਹਿੰਦੇ ਨੇ 12 ਵਜੇ ਤੋਂ ਪਹਿਲਾਂ ਪਹਿਲਾਂ ਲਾਵਾਂ ਕਰਨੀਆਂ। ਕਿੱਥੇ ਲਿਖਿਆ ਵੀ 12 ਵਜੇ ਤੋਂ ਪਹਿਲਾਂ ਲਾਵਾਂ ਕਰਨੀਆਂ? ਕੋਈ ਵਿਖਾ ਸਕਦਾ? ਗੁਰੂ ਕਾਲ ਦੇ ਸਮੇਂ ਜਾਂ ਗੁਰੂ ਪੁੱਤਰ ਜਿਹੜੇ ਸਨ, ਗੁਰੂ ਪਰਿਵਾਰ ਜਿਹੜੇ ਸਨ, ਉਹਨਾਂ ਦੀਆਂ ਜੇ ਲਾਵਾਂ ਹੁੰਦੀਆਂ ਸਨ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਕੇ ਤੇ ਉਸ ਵੇਲੇ ਲਾਵਾਂ ਹੁੰਦੀਆਂ ਸਨ। ਆਸਾ ਦੀ ਵਾਰ ਦਾ ਕੀਰਤਨ ਕਿੰਨੇ ਵਜੇ ਹੁੰਦਾ? 12 ਵਜੇ ਤੇ ਨਹੀਂ ਨਾ ਹੁੰਦਾ, ਦੁਪਹਿਰੇ 4 ਵਜੇ ਸ਼ੁਰੂ, 5 ਵਜੇ ਸ਼ੁਰੂ ਹੋਵੇਗਾ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਸਾ ਦੀ ਵਾਰ ਸਮਾਪਤ ਹੋ ਜਾਂਦੀ ਹੈ। ਦਰਬਾਰ ਸਾਹਿਬ ਵੀ ਆਪਾਂ ਸੁਣਦੇ ਹਾਂ। ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਫਿਰ ਲਾਵਾਂ ਪੜ੍ਹ ਕੇ ਤੇ ਲਾਵਾਂ ਦੋਨਾਂ ਪਰਿਵਾਰਾਂ ਨੇ ਬੈਠਣਾ ਦਰਬਾਰ ਵਿੱਚ ਆ ਕੇ, ਆਸਾ ਦੀ ਵਾਰ ਦਾ ਕੀਰਤਨ ਸੁਣਨਾ। ਜੋੜੀ ਨੇ ਵੀ ਬੈਠਣਾ, ਵਿਆਹ ਵਾਲੀ ਲੜਕੀ ਅਤੇ ਲੜਕੇ ਨੇ। ਆਸਾ ਦੀ ਵਾਰ ਦਾ ਭੋਗ ਪਾ ਕੇ ਫਿਰ ਲਾਵਾਂ ਕਰਕੇ ਅਰਦਾਸ ਹੋਣੀ। ਇਹ ਬਚਨ ਤੇ ਮਿਲੇਗਾ ਇਤਿਹਾਸ ਵਿੱਚੋਂ ਵੀ ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਆਨੰਦ ਕਾਰਜ ਇਸ ਤਰੀਕੇ ਨਾਲ ਕੀਤੇ। ਪਰ ਜਿਹੜੀ ਆਪਾਂ ਗੱਲ ਕਹਿ ਦਿੰਦੇ ਨਾ 12 ਵਜੇ ਤੋਂ ਪਹਿਲਾਂ ਪਹਿਲਾਂ, ਬਾਅਦ 'ਚ ਮਰਿਆਦਾ ਨਹੀਂ ਹੈ, ਇਹ ਤੇ ਕਿਤੇ ਵੀ ਨਹੀਂ ਮਿਲੇਗਾ ਸਾਨੂੰ ਵੀ 12 ਵਜੇ ਦਾ ਤੇ ਮਤਲਬ ਹੀ ਨਹੀਂ ਬਣਦਾ। ਮਤਲਬ ਤੇ ਅੰਮ੍ਰਿਤ ਵੇਲੇ ਦਾ ਹੈ, ਬਾਣੀ ਪੜ੍ਹਨ ਦਾ ਟਾਈਮ, ਕੰਮ ਕਰਨ ਦਾ। ਅੰਮ੍ਰਿਤ ਵੇਲਾ ਛੱਡੋ, ਸਾਡੇ ਕੋਲ ਤੇ ਉਹ 12 ਵਾਲੀ ਵੀ ਨਹੀਂ ਗੱਲ ਰਹੀ ਹੈ। 12 ਤੋਂ ਵੀ ਅੱਗੇ ਕਈ ਹੋਰ ਨਾਲ 12 ਵੱਜ ਜਾਂਦੇ, ਫਿਰ ਜਾ ਕੇ ਸਮਾਂ ਆਉਂਦਾ। ਜਿਹੜੀਆਂ ਸਹੂਲਤਾਂ ਮਹਾਰਾਜ ਨੇ ਸਾਨੂੰ ਦਿੱਤੀਆਂ, ਸੁੱਖ ਦਿੱਤੇ, ਅਸੀਂ ਉਹਨਾਂ ਸੁੱਖ ਦਾ ਨਜਾਇਜ਼ ਫਾਇਦਾ ਉਠਾਇਆ, ਜ਼ਿਆਦਾ ਹੀ, ਜਿਹੜਾ ਕਿ ਉਠਾਉਣਾ ਨਹੀਂ ਸੀ ਚਾਹੀਦਾ। ਵਿਧਾਨ ਵਿੱਚ, ਵਿਧੀ ਵਿੱਚ ਰਹਿਣਾ ਚਾਹੀਦਾ ਸੀ। ਅੱਜ ਵੀ ਹਿੰਦੂ ਮਤ ਵਿੱਚ ਜੇ ਲਾਵਾਂ ਹੋਣਗੀਆਂ, ਪਹਿਲਾਂ ਉਹ ਵਾਰ ਦਿਨ ਕੱਢਿਆ ਜਾਂਦਾ ਹੈ, ਉਸੇ ਵਾਰ ਦਿਨ ਉਸੇ ਘੜੀ ਲਾਵਾਂ ਹੋਣਗੀਆਂ ਤੇ ਸਭ ਨੂੰ ਪਹੁੰਚਣਾ ਪਵੇਗਾ। ਲੜਕੀ ਦੇ ਪਰਿਵਾਰ ਨੂੰ ਵੀ, ਲੜਕੇ ਦੇ ਪਰਿਵਾਰ ਨੂੰ ਵੀ, ਲੜਕੇ ਨੂੰ ਵੀ ਪਹੁੰਚਣਾ ਪਵੇਗਾ ਤੇ ਦੁਲਹਨ ਨੂੰ ਵੀ ਪਹੁੰਚਣਾ ਪਵੇਗਾ। ਕੋਈ ਇਹ ਨਹੀਂ ਕਹੇਗਾ ਵੀ ਉੱਥੇ ਬਿਊਟੀ ਪਾਰਲਰ ਵਾਲਿਆਂ ਨੇ ਟਾਈਮ ਲਾ ਦਿੱਤਾ। ਸਾਰੇ ਪਹੁੰਚਦੇ। ਪਰ ਜਦੋਂ ਆਪਾਂ ਗੁਰੂ ਘਰੇ ਆਉਂਦੇ ਹਾਂ, ਉਦੋਂ ਇਹੋ ਹੀ ਗੱਲ ਸੁਣੀਦੀ ਹੈ ਵੀ ਟਾਈਮ ਉੱਥੇ ਉਹਨਾਂ ਨੇ ਨਹੀਂ ਛੱਡਿਆ, ਸਾਨੂੰ ਫੜ ਕੇ ਭਾਲਿਆ। ਇਹ ਤੇ ਸਾਡੇ ਕੋਲ ਬਹਾਨੇ ਨੇ ਗੁਰੂ ਮਰਿਆਦਾ ਤੋਂ ਪਰੇ ਜਾਣ ਦੇ। ਉਹ ਇੱਕ ਦਿਨ ਪਹਿਲਾਂ ਵੀ ਬਣਾ ਕੇ ਉੱਥੋਂ ਆਇਆ ਜਾ ਸਕਦਾ। ਰੋਹ ਵਿਚਾਰ ਮਹਾਰਾਜ ਨੇ ਇਹਨੂੰ ਆਖਿਆ, ਕਹਿਣ ਲੱਗੇ ਪੰਡਤ ਜੀ ਹੁਣ ਚੰਗਾ ਦਿਨ ਵੇਖ ਲਓ ਕਿਹੜਾ ਹੈ, ਚੰਗਾ ਵਾਰ ਕਿਹੜਾ ਹੈ, ਚੰਗਾ ਟਾਈਮ ਕਿਹੜਾ, ਉਹ ਵੇਖ ਕੇ ਕੰਮ ਸ਼ੁਰੂ ਕਰ ਦਿਓ। ਕੇਸ਼ਵ ਕਹਿਓ ਵਿਧਾਨ ਕਰੈ ਹੋਂ। ਮਹਾਰਾਜ ਦੇ ਬਚਨ ਸੁਣ ਕੇ ਨਾ ਤੇ ਪੰਡਤ ਬੋਲਿਆ, ਕਹਿਣ ਲੱਗਾ ਮਹਾਰਾਜ ਫਿਕਰ ਨਾ ਕਰੋ, ਤੁਸੀਂ ਨਾ ਦਿਨ ਦੀ ਫਿਕਰ ਕਰੋ, ਨਾ ਟਾਈਮ ਦੀ, ਨਾ ਮਹੂਰਤ ਦੀ। ਮੈਂ ਸਭ ਕੁਝ ਪੱਕੇ ਕਿੱਲ ਕੱਢਾਂਗਾ, ਪੱਕਾ ਟਾਈਮ ਵੇਖਾਂਗਾ, ਪੱਕਾ ਹੀ ਮਹੂਰਤ ਕੱਢਾਂਗਾ। ਤੁਹਾਨੂੰ ਮੇਰੇ ਕੰਮ ਦਾ ਫਿਕਰ ਨਹੀਂ ਹੈ, ਪਰ ਤੁਹਾਨੂੰ ਇੱਕ ਕੰਮ ਦਾ ਫਿਕਰ ਕਰਨਾ ਪੈਣਾ। ਉਹ ਕਿਹੜਾ? ਇੱਕ ਫਿਕਰ ਤੁਹਾਨੂੰ ਵੀ ਮੈਂ ਪਾਉਣ ਲੱਗਾ ਹਾਂ। ਤੁਸੀਂ ਉਹ ਕੰਮ ਦਾ ਫਿਕਰ ਕਰੋ ਜਿਹੜਾ ਤੁਹਾਨੂੰ ਮੈਂ ਕਹਿਣ ਲੱਗਾ, ਮੇਰੇ ਕੰਮ ਦਾ ਤੁਸੀਂ ਫਿਕਰ ਨਾ ਕਰੋ। ਮਹਾਰਾਜ ਕਹਿਣ ਲੱਗੇ ਵੀ ਸਾਨੂੰ ਕਿਹੜਾ ਫਿਕਰ ਪਾਉਣ ਲੱਗਾ? ਉਹ ਫਿਰ ਦੱਸਦਾ ਹੈ, ਲੱਖ ਦਰਬ ਕੀ ਦਛਨਾ ਲੈ ਹੋ। ਮਹਾਰਾਜ 1.25 ਲੱਖ ਰੁਪਈਆ ਮੈਂ ਆਪਣੀ ਲਵਾਂਗਾ ਮਿਹਨਤਾਨਾ ਤੁਹਾਡੇ ਕੋਲ। ਸਮੱਗਰੀ ਲੈ ਆਂਦੀ ਨਾ, ਪਤਾ ਵੀ ਹੁਣ ਮਹਾਰਾਜ ਸਮੱਗਰੀ ਕਿਤੇ ਸੁੱਟ ਵੀ ਨਹੀਂ ਸਕਦੇ। ਜਿੱਥੇ ਲੱਖਾਂ ਰੁਪਈਏ ਸਮੱਗਰੀ ਤੇ ਲਾਏ ਨੇ, ਹੁਣ ਮਹਾਰਾਜ ਦਸ਼ਨਾ ਵੀ ਤੇ ਦੇਣਗੇ ਨਾ, ਕਿਉਂਕਿ ਸਤਿਗੁਰਾਂ ਨੇ ਆਖਿਆ 10 ਕਿਲੋ ਸਮਾਨ ਚਾਹੀਦਾ ਤੇ ਪੰਡਤਾ 20 ਲਿਖਾ ਦੇ, ਸਾਨੂੰ ਕੋਈ ਪਰਵਾਹ ਨਹੀਂ ਹੈ। ਹੁਣ ਜਦੋਂ ਇਹ ਗੱਲ ਕਹੀ ਹੈ ਤੇ ਉਹ ਵੀ ਅੱਗੋਂ ਫਿਰ ਚੌੜਾ ਹੋ ਗਿਆ ਵੀ ਮਹਾਰਾਜ ਕੋਲ ਮਾਇਆ ਤੇ ਬੇਅੰਤ ਹੈ। ਕਹਿਣ ਲੱਗਾ ਵੀ ਮਹਾਰਾਜ ਜੱਗ ਮੈਂ ਆਪੇ ਕਰ ਲੈਣਾ, ਵਾਰ ਮੈਂ ਆਪੇ ਵੇਖ ਲੈਣਾ, ਘੜੀ ਮਹੂਰਤ ਸਭ ਕੁਝ ਮੈਂ ਆਪੇ ਲੱਭ ਲੈਣਾ, ਸਭ ਕੁਝ ਪੱਕਾ ਹੀ ਕਰਾਂਗਾ, ਵਧੀਆ ਹੀ ਕਰਾਂਗਾ। ਪਰ ਇੱਕ ਗੱਲ ਇਹ ਹੈ ਵੀ 1.25 ਲੱਖ ਰੁਪਈਆ ਲੱਗਣਾ ਜੇ, ਉਹ ਮੇਰੀ ਦਸ਼ਨਾ ਹੋਵੇਗੀ। ਜੇ ਮਨਜ਼ੂਰ ਹੈ ਤੇ ਸ਼ੁਰੂ ਕਰਾਂ, ਨਹੀਂ ਮਨਜ਼ੂਰ ਹੈ ਤੇ ਮਹਾਰਾਜ ਅਜੇ ਵੀ ਜਵਾਲਾ ਜੀ ਨੂੰ ਰਾਹ ਅੱਗੇ ਜਾਂਦਾ ਪਿਆ, ਮੈਂ ਤੇ ਉੱਧਰ ਚੱਲਿਆ। ਇਹ ਬਚਨ ਇਹਨੇ ਆਖਿਆ 1.25 ਲੱਖ ਦੀ ਦਸ਼ਨਾ। ਉਹਨਾਂ ਸਮਿਆਂ ਵਿੱਚ ਗੁਰਮੁਖੋ ਅੱਜ ਦੇ ਤੇ ਕਰੋੜਾਂ ਬਣ ਜਾਣਗੇ। ਉਹਨਾਂ ਸਮਿਆਂ ਵਿੱਚ ਹੋ ਸਕਦਾ ਕੋਈ 1.25 ਰੁਪਈਆ ਦੇਣ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ। 1.25 ਰੁਪਈਏ ਦੀ ਥਾਂ ਤੇ 1.25 ਲੱਖ ਬੜੀ ਵੱਡੀ ਰਕਮ ਹੈ।
ਅੱਜ ਵੀ ਮੈਨੂੰ ਲੱਗਦਾ ਜੇ ਆਪਾਂ ਅਖੰਡ ਪਾਠ ਵੀ ਕਰਾ ਲਈਏ, ਕੋਈ ਸੰਪਟ ਪਾਠ ਵੀ ਕਰਾ ਲਈਏ, ਬਲਕਿ ਨਾਲ ਵਿਆਹ ਵੀ ਹੋ ਜਾਂਦਾ, ਬਹਿਰੇ ਹਲਵਾਈ ਸਭ ਕੁਝ ਭੁਗਤ ਜਾਂਦਾ, ਤਾਂ ਵੀ 1.25 ਲੱਖ ਦੇ ਵਿੱਚ ਇਹਨਾਂ ਤੇ ਆਮ ਬੰਦਾ ਇੱਕ ਵਿਆਹ ਕਰ ਜਾਂਦਾ ਅੱਜ ਦੇ ਸਮੇਂ 'ਚ ਮਹਿੰਗਾਈ ਦੇ ਵਿੱਚ। ਪਰ ਉਦੋਂ ਕਹਿ ਰਿਹਾ ਮਹਾਰਾਜ 1.25 ਲੱਖ ਰੁਪਈਆ ਦਛਨਾ ਲੱਗੇਗੀ ਮੇਰੀ, ਉਹ ਤੁਹਾਨੂੰ ਦੇਣੀ ਪੈਣੀ ਹੈ। ਜੇ ਆਪ ਜੀ ਦੇਵੋਗੇ ਤੇ ਮੈਂ ਜੱਗ ਸ਼ੁਰੂ ਕਰਨਾ ਕਰਾਂ। ਜੇ ਤੱਕ ਬਿਦ ਬੇਦੋ ਕਤ ਹੈ। ਪਰ ਮਹਾਰਾਜ 1.25 ਲੱਖ ਮੈਂ ਐਵੇਂ ਨਹੀਂ ਲੈ ਲੈਣਾ, ਜਿਹੜੀ ਵਿਧੀ ਵੇਦਾਂ ਵਿੱਚ ਲਿਖੀ, ਗ੍ਰੰਥਾਂ ਵਿੱਚ ਲਿਖੀ ਹੈ, ਉਸ ਵਿਧੀ ਦੇ ਮੁਤਾਬਕ ਸਭ ਕੁਝ ਹੋਣਾ ਹੈ। ਤੰਤਰੋ ਕਤ ਸ਼ਾਸਤਰ ਮੈਂ ਕਹੈ। ਕਿਉਂਕਿ ਇਹ ਜਿੰਨੇ ਵੀ ਮੰਤਰ ਲਿਖੇ ਨੇ ਸ਼ਾਸਤਰਾਂ ਦੇ ਵਿੱਚ ਮਹਾਰਾਜ ਮੈਂ ਜ਼ੁਬਾਨੀ ਯਾਦ ਕੀਤੇ। ਆ ਜਿਹੜੀ ਮੈਂ ਸਿਰ ਤੇ ਬੋਦੀ ਰੱਖੀ ਹੈ, ਟਿੰਡ ਕੱਢੀ ਹੋਈ ਹੈ, ਇਹ ਮੈਂ ਮੰਤਰ ਯਾਦ ਕਰ ਕਰਕੇ ਮੇਰੇ ਤੇ ਸਿਰ ਦੇ ਵਾਲ ਝੜ ਗਏ। ਐਵੇਂ ਨਹੀਂ ਮੈਂ ਪੰਡਤ ਬਣ ਗਿਆ, ਇਹ ਮੰਤਰ ਯਾਦ ਕੀਤੇ ਨੇ। ਹੁਣ ਮੰਤਰਾਂ ਦਾ ਮਿਹਨਤਾਨਾ ਤੇ ਮਿਲਣਾ ਚਾਹੀਦਾ ਨਾ, ਇਹ ਮੇਰਾ ਮਿਹਨਤਾਨਾ ਹੈ, ਇੰਨੀ ਰਕਮ ਲੱਗੇਗੀ। ਵੈਸੇ ਗੱਲ ਵਿਚਾਰਨ ਵਾਲੀ ਇਹ ਹੈ ਵੀ ਦੁਨੀਆ ਦੇ ਲੋਕ ਸੂਤਰ ਵੈਸੇ ਇਹਨਾਂ ਤੋਂ ਹੀ ਆਉਂਦੇ ਨੇ, ਉੱਥੇ ਸਭ ਕੁਝ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ। ਸਤਿਗੁਰਾਂ ਨੇ ਜਿੰਨਾ ਸੌਖਾ ਕੀਤਾ ਉਹਨਾਂ ਉਲਟਾ ਕੰਮ ਚੱਲ ਪਿਆ। ਰੋ ਵਿਚਾਰ ਕਹਿਣ ਲੱਗਾ ਵੀ ਮਹਾਰਾਜ ਮੈਂ ਮੰਤਰ ਯਾਦ ਕੀਤੇ ਨੇ, ਇਹ ਮੇਰੀ ਇੰਨੀ ਫੀਸ ਹੈ। ਹੋ ਸਕਦਾ ਤੁਹਾਨੂੰ ਜ਼ਿਆਦਾ ਲੱਗੇ, ਪਰ ਜ਼ਿਆਦਾ ਕੋਈ ਨਹੀਂ ਜੇ, ਇਹ ਮੇਰੀ ਮਿਹਨਤ ਇੰਨੀ ਬਣਦੀ ਹੈ। ਜਥਾ ਕਰਮ ਸਗਰੀ ਕਰਵਾਵੋ। ਮਹਾਰਾਜ ਜਿਵੇਂ ਕਰਮ ਲਿਖੇ ਹੋਏ ਸਾਰੀ ਮੈਂ ਵਿਧੀ ਮੁਤਾਬਕ ਸਾਰੇ ਕਰਮ ਕਰਾਂਗਾ। ਮਹਾ ਆਰੰਭ ਸਰਬ ਪੁਰਵਾਵੋ। ਤੇ ਮੈਂ ਇਹ ਆਰੰਭ ਕਰਾਂਗਾ ਸਾਰਾ ਕੁਝ, ਇਹ ਸਾਰਾ ਕੁਝ ਆਰੰਭ ਕਰਕੇ ਮੈਂ ਇਹ ਜੱਗ ਕਰਵਾਵਾਂਗਾ। ਜੱਗ ਸੰਪੂਰਨ ਹੋਵੇ ਮੇਰੀ ਜ਼ਿੰਮੇਵਾਰੀ ਹੈ, ਦੇਵੀ ਪ੍ਰਗਟ ਹੋਵੇ ਮੇਰੀ ਜ਼ਿੰਮੇਵਾਰੀ ਹੈ। ਤੁਹਾਡਾ ਕੰਮ ਹੈ ਸਮੱਗਰੀ ਲੈ ਕੇ ਆਉਣੀ ਤੇ ਤੁਹਾਡਾ ਕੰਮ ਹੈ ਖਰਚਾ ਕਰਨਾ। ਸਤਿਗੁਰੂ ਕਹਿਣ ਲੱਗੇ ਅਸੀਂ ਖਰਚੇ ਵਾਸਤੇ ਤਿਆਰ ਹਾਂ, ਸਮੱਗਰੀ ਵਾਸਤੇ ਵੀ ਤਿਆਰ ਹਾਂ। ਤੇ ਫਿਰ ਕੇਸੋ ਦਾਸ ਕਹਿਣ ਲੱਗਾ ਮੈਂ ਜੱਗ ਕਰਨ ਵਾਸਤੇ ਤਿਆਰ ਹਾਂ। ਭਾਵੇਂ ਮੈਨੂੰ 2 ਮਹੀਨੇ ਲੱਗ ਜਾਣ, ਭਾਵੇਂ ਮੈਨੂੰ ਮਹੀਨਾ ਲੱਗ ਜਾਵੇ, ਭਾਵੇਂ ਮੈਨੂੰ 10 ਦਿਨਾਂ 'ਚ ਮੇਰਾ ਕੰਮ ਬਣ ਜਾਵੇ, ਫੀਸ ਇੰਨੀ ਲੱਗੇਗੀ। ਤੁਸੀਂ ਇਹ ਨਾ ਕਿਹੋ ਵੀ ਤੂੰ ਛੇਤੀ ਮੰਤਰ ਪੜ੍ਹ ਕੇ ਤੇ ਛੇਤੀ ਕੰਮ ਕਰ ਦਿੱਤਾ, ਫੀਸ ਅੱਧੀ ਲੈ ਲਾ। ਕਈ ਵਾਰੀ ਕਹਿ ਦਿੰਦੇ ਸਾਨੂੰ ਲੋਕ ਵੀ ਸ਼ਬਦ ਤੇ ਰਾਗੀ ਸਿੰਘਾਂ ਨੇ 2 ਹੀ ਪੜ੍ਹੇ ਨੇ, 4-5 ਪੜ੍ਹਦੇ ਤੇ ਪੂਰੀ ਭੇਟਾ ਮਿਲ ਜਾਂਦੀ। 2 ਪੜ੍ਹੇ ਨੇ, ਸਮਾਂ ਥੋੜ੍ਹਾ ਸੀ, ਸਾਡੇ ਰਿਸ਼ਤੇਦਾਰ ਆ ਗਏ ਜਾਂ ਅਸੀਂ ਅੱਗੇ ਕਿਤੇ ਜਾਣਾ, ਛੇਤੀ ਸਮਾਪਤੀ, ਤੇ ਹੁਣ ਇਹ ਮਾਇਆ ਵੀ ਘਟ ਜਾਏ ਨਾਲ। 2 ਸ਼ਬਦਾਂ ਦਾ ਸਮਾਂ ਤੇ ਗਿਣ ਲਿਆ ਵੀ 10 ਮਿੰਟ ਲੱਗੇ, 15 ਮਿੰਟ ਲੱਗੇ, ਅੱਧਾ ਘੰਟਾ ਲੱਗਾ, ਪਰ ਉਸ ਅੱਧੇ ਘੰਟੇ ਨੂੰ ਲਾਉਣ ਵਾਸਤੇ ਉਹ ਕਿੰਨੇ ਸਾਲ ਸਿੱਖਿਆ ਇਹ ਨਹੀਂ ਵੇਖਿਆ ਕਿਸੇ ਨੇ। ਜੇ ਉਹਨੇ ਅੱਧਾ ਘੰਟਾ ਲਾਇਆ ਨਾ, ਅੱਧਾ ਘੰਟਾ ਲਾਉਣ ਵਾਸਤੇ ਉਹਨੂੰ ਕਿੰਨੇ ਸਾਲ ਸਿੱਖਣਾ ਪਿਆ, ਉਹਦੀ ਮਿਹਨਤ ਨਹੀਂ ਵੇਖੀ ਕਿਸੇ ਨੇ, ਪਰ ਹੁਣ ਦਾ ਅੱਧਾ ਘੰਟਾ ਵੇਖ ਲਿਆ। ਪੰਡਤ ਉਹ ਗੱਲ ਕਰ ਰਿਹਾ, ਕਹਿਣ ਲੱਗਾ ਮਹਾਰਾਜ ਇਹ ਨਾ ਵੇਖਿਓ ਕਿ ਮੈਨੂੰ ਟਾਈਮ ਕਿੰਨਾ ਲੱਗਾ, ਇਹ ਵੇਖੋ ਵੀ ਮੈਂ ਵਿਦਿਆ ਸਿੱਖਿਆ ਕਿੰਨੇ ਟਾਈਮ ਦੇ ਵਿੱਚ। ਬੇਨਤੀ ਹੈ ਭਾਈ ਜਿਹੜੇ ਮੋਬਾਈਲ ਫੋਨ ਸੁਣਦੇ ਪਏ ਨੇ ਅੰਦਰ ਆ ਕੇ, ਸਾਨੂੰ ਇੰਨੀ ਕੁ ਤੇ ਅਕਲ ਸਮਝ ਹੋਣੀ ਚਾਹੀਦੀ ਹੈ ਨਾ ਵੀ ਦਰਬਾਰ ਵਿੱਚ ਅਸੀਂ ਕਥਾ ਸੁਣਨ ਵਾਸਤੇ ਬੈਠੇ ਹਾਂ, ਨਾ ਕਿ ਫੋਨ ਸੁਣਨ ਵਾਸਤੇ। ਤੇ ਬੇਨਤੀ ਇਹ ਕੀਤੀ ਜਾਂਦੀ ਹੈ ਵੀ ਆਪਣਾ ਆਪਣਾ ਫੋਨ ਸਾਇਲੈਂਟ ਕਰਕੇ ਆਓ, ਤਾਂ ਕਿ ਨਾ ਫੋਨ ਸਾਡਾ ਚੱਲੇ ਤੇ ਨਾ ਸਾਨੂੰ ਪਤਾ ਲੱਗੇ ਤੇ ਅਸੀਂ ਕਥਾ ਸੁਣ ਲਈਏ। ਤੇ ਸਾਡੇ ਫੋਨ ਦੀ ਟਿਊਨ ਤੇ ਦੂਜਿਆਂ ਨੂੰ ਪੂਰੇ ਮਹੱਲੇ 'ਚ ਸੁਣਦੀ ਪਈ ਹੈ, ਆਪ ਤੇ ਅਸੀਂ ਸੁਣਨਾ ਅੱਖਰ ਨਹੀਂ, ਕਿਤੇ ਮਹੀਨੇ ਮੱਸੇ ਅੱਜ ਮੱਥਾ ਟੇਕਣ ਆਏ, ਜਿਹੜਾ ਰੋਜ਼ ਆਉਂਦਾ ਪਿਆ, ਜਿਹੜਾ ਸੁਣਨਾ ਚਾਹੁੰਦਾ, ਉਹਦੀ ਬਿਰਤੀ ਵੀ ਅਸੀਂ ਝੱਟ ਪਰੇ ਕਰ ਦਿੰਦੇ। ਧਿਆਨ ਜੋੜਨਾ ਬੜਾ ਔਖਾ ਹੈ, ਤੋੜਨਾ ਤੇ ਝੱਟ ਦਾ ਕੰਮ ਹੈ। ਫਰੀਦਾ ਗਡੰਦਿਆਂ 6 ਮਾਹ, ਤੜੰਦਿਆਂ 1 ਖਿਣੋ, ਤੋੜਦਿਆਂ ਤੇ ਛਿਨ ਨਹੀਂ ਲੱਗਦਾ, ਪਰ ਗੰਢ ਪਾਉਣ ਵਾਸਤੇ 6 ਮਹੀਨੇ ਲੱਗਦੇ। ਇਹ ਬੇਨਤੀਆਂ ਵਾਰ-ਵਾਰ ਕਰੀ ਦੀਆਂ। ਦਰਬਾਰ ਵਿੱਚ ਕੇਵਲ ਕਥਾ ਸੁਣਨੀ ਹੈ, ਚੁੱਪ ਦਾ ਦਾਨ ਬਖਸ਼ਿਆ ਕਰੋ। ਪੰਡਤ ਕਿਹੜੀਆਂ ਕਿਹੜੀਆਂ ਗੱਲਾਂ ਕਰਦਾ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਫਿਰ ਸਰਵਣ ਕਰਾਂਗੇ। ਮਹਾਰਾਜ 1.25 ਲੱਖ ਨੂੰ ਮੰਨਦੇ ਨੇ ਕਿ ਨਹੀਂ, ਕਿਹੜੇ ਬਚਨ ਕਰਨਗੇ। ਭੁੱਲਾਂ ਚੁੱਕਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀ ਹੈ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ